ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਆਓ ਜਿੰਨੇ ਕੁ ਮਿੰਟ ਆਪਣੇ ਕੋਲ ਬਾਕੀ ਨੇ ਸਤਿਗੁਰੂ ਸੇਵਾ ਲੈਣ। ਮੇਰੀ ਬੇਨਤੀ ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ। ਜਿਹੜਾ ਬੰਦਾ ਹਰ ਵੇਲੇ ਦੁੱਖਾਂ ਦਾ ਰੋਣਾ ਰੋਂਦਾ ਰਹਿੰਦਾ ਹੈ ਨਾ, ਮੈਨੂੰ ਮਿਲਿਆ ਕਿ ਮੈਂ ਤੇ ਬੜਾ ਹੀ ਦੁਖੀ ਆ, ਮੇਰੇ ਵਰਗਾ ਤੇ ਦੁਖੀ ਇਨਸਾਨ ਹੈ ਹੀ ਕੋਈ ਨਹੀਂ। ਕਈਆਂ ਦਾ ਨਾ ਵੇਖੋ ਇਹ ਸੁਭਾਅ ਬਣ ਜਾਂਦਾ ਹੈ, ਸੁਭਾਅ ਐਵੇਂ ਬਿਨਾਂ ਵਜ੍ਹਾ ਤੋਂ ਹਾਂ ਕਿਤੇ ਦੁੱਖ ਆਉਂਦੇ ਹੀ ਨਹੀਂ। ਸਰੀਰ ਹੈ, ਸੰਸਾਰੀ ਜੀਵ ਆ, ਪਰ ਅਸੀਂ ਕਰਦੇ ਕੀ ਆ, ਕਈ ਵਾਰੀ ਦੁੱਖ ਛੋਟਾ ਹੁੰਦਾ ਹੈ ਪਰ ਦੂਜਿਆਂ ਨੂੰ ਵਿਖਾਉਣੇ ਵੱਡਾ ਵਾ। ਜਿਹੜਾ ਬੰਦਾ ਹਰ ਵੇਲੇ ਦੁੱਖਾਂ ਦਾ ਰੋਣਾ ਰੋਂਦਾ ਰਹਿੰਦਾ ਨਾ, ਮੈਂ ਸੱਚ ਕਹਿ ਰਿਹਾ ਉਹਦੇ ਬੂਏ ਦੇ ਉੱਤੇ ਖੜਾ ਸੁੱਖ ਵੀ ਬਾਹਰੋਂ ਹੀ ਮੁੜ ਜਾਂਦਾ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਉਹਦੇ ਬੂਏ ਦੇ ਉੱਤੇ ਖੜਾ ਸੁੱਖ ਵੀ ਨਾ ਬਾਹਰੋਂ ਹੀ ਮੁੜ ਜਾਂਦਾ ਹੈ। ਇਹ ਮੇਰੀ ਬੇਨਤੀ ਹੈ, ਹਰ ਵੇਲੇ ਹਰ ਪਲ ਹਰ ਘੜੀ ਆਹੀ ਕਿਆ ਕਰੋ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਤੁਹਾਡਾ ਸ਼ੁਕਰ ਹੈ। ਸ਼ੁਕਰ ਸ਼ੁਕਰ ਤੁਸੀਂ ਕਿਰਪਾ ਦਾ ਖਾਤਾ ਖੋਲ ਕੇ ਆ ਮੈਨੂੰ ਮਨੁੱਖਾ ਦੇਹ ਦਿੱਤੀ ਹੈ, ਮੇਰਾ ਸਰੀਰ ਸਹੀ ਰੱਖਿਆ, ਇਹ ਵੱਡਾ ਸ਼ੁਕਰ ਨਹੀਂ ਤੇ ਹੋਰ ਕੀ ਹੈ। ਅਸੀਂ ਸੰਗਤ ਵਿੱਚ ਬਹਿ ਗਏ ਆ ਚੌਂਕੜਾ ਮਾਰ ਕੇ, ਕਈਆਂ ਕੋਲੋਂ ਤੇ ਭੁੰਜੇ ਬੈਠਿਆ ਵੀ ਨਹੀਂ ਜਾਂਦਾ। ਸ਼ੁਕਰ ਨਹੀਂ ਤੇ ਹੋਰ ਕੀ ਹੈ। ਅਸੀਂ ਕਈ ਵਾਰੀ ਕਰਦੇ ਕੀ ਆ, 10 ਵਸਤੂ ਲੈ ਪਾਛੈ ਪਾਵੇ, ਏਕ ਵਸਤ ਕਾਰਨ ਵਿਖੋੜ ਗਵਾਵੇ, ਏਕ ਭੀ ਨਾ ਦੇ 10 ਭੀ ਤਉ ਮੋੜਾ ਕੋ ਕਹਾਂ ਕਰੇ। ਜਿਹੜੀਆਂ ਉਹਨੇ ਨਹੀਂ ਦਿੱਤੀਆਂ ਉਹ ਵੀ ਨਾ ਦੇਵੇ, ਤੇ ਜਿਹੜੀਆਂ ਦਿੱਤੀਆਂ ਉਹ ਵੀ ਵਾਪਸ ਲੈ ਲਵੇ। ਦੱਸ ਤੂੰ ਉਹਦਾ ਕੀ ਵਿਗਾੜ ਲੇਗਾ ਭਾਈ, ਕੀ ਕਰ ਲੇਗਾ। ਹਰ ਹਾਲ ਵਿੱਚ ਉਹਦਾ ਸ਼ੁਕਰਾਨਾ ਕਰੋ। ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਕਦੀ ਵੀ ਹਰ ਵੇਲੇ ਦੁੱਖਾਂ ਦੇ ਰੋਣੇ ਨਾ ਰੋਈ ਜਾਇਆ ਕਰੋ। ਮੇਰੀ ਬੇਨਤੀ, ਹਾਂ ਜੇ ਕੋਈ ਦੁੱਖ ਆ ਵੀ ਗਿਆ, ਨੇਮ ਵਧਾਓ, ਬੰਦਗੀ ਦਾ ਪੈਰਾ ਵਧਾਓ, ਅੰਮ੍ਰਿਤ ਵੇਲਾ ਵਧਾਓ, ਗੁਰੂ ਰਾਮਦਾਸ ਦੇ ਫੜ ਲੋ ਚਰਨ, ਬਾਬਾ ਦੀਪ ਸਿੰਘ ਦੇ ਫੜ ਲੋ ਚਰਨ। ਐਵੇਂ ਕਿਸੇ ਸਾਹਮਣੇ ਆਪਣੇ ਦੁੱਖਾਂ ਦੇ ਰੋਣੇ ਨਾ ਰੋਵੋ। ਹੈ ਜੀ, ਇਹ ਮੇਰੀ ਬੇਨਤੀ ਕਿਉਂਕਿ ਕਈਆਂ ਦਾ ਸੁਭਾਅ ਹੀ ਇਹ ਬਣ ਜਾਂਦਾ ਹੈ, ਤੇ ਜਿਨ੍ਹਾਂ ਦਾ ਸੁਭਾਅ ਬਣ ਜਾਂਦਾ ਨਾ, ਫਿਰ ਦਾਤਾ ਕਹਿੰਦਾ ਤੈਨੂੰ ਸੁੱਖ ਦੇ ਕੇ ਮੈਂ ਕਰਨਾ ਵੀ ਕੀ ਹੈ। ਸੁੱਖ ਲੈ ਕੇ ਵੀ ਤੂੰ ਰੋਣਾ ਹੀ ਰਹਿਣਾ, ਤੇ ਫਿਰ ਤੇ ਬੂਹੇ ਦੇ ਉੱਤੇ ਆਏ ਸੁੱਖ ਵੀ ਨਾ ਮੁੜ ਜਾਂਦੇ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਅਗਲੀ ਗੱਲ ਇਹ ਵੀ ਬੜੀ ਪਿਆਰੀ ਔਰ ਜੀਵਨ ਦੇ ਵਿੱਚ ਕੰਮ ਆਏਗੀ ਔਰ ਸੱਚਾਈ ਹੈ। ਜਿਹੜੇ ਤੁਹਾਡੇ ਸਾਹਮਣੇ ਬਹਿ ਕੇ ਦੂਜਿਆਂ ਦੀ ਬੁਰਾਈ ਕਰਦੇ ਨੇ ਨਾ, ਤੁਹਾਡੇ ਸਾਹਮਣੇ ਬਹਿ ਕੇ ਜਿਹੜੇ ਤੁਹਾਡੇ ਸਾਹਮਣੇ ਬਹਿ ਕੇ ਦੂਜਿਆਂ ਦੀ ਬੁਰਾਈ ਕਰਦੇ ਨੇ, ਨੋਟ ਕਰਨਾ ਉਹ ਦੂਜਿਆਂ ਦੇ ਸਾਹਮਣੇ ਤੁਹਾਡੀ ਵੀ ਬੁਰਾਈ ਕਰਦੇ ਹੋਣਗੇ। ਇਹੋ ਜਿਹੇ ਬੰਦਿਆਂ ਦੀ ਸੰਗਤ ਤੋਂ ਥੋੜਾ ਜਿਹਾ ਪਰਹੇਜ਼ ਰੱਖੋ। ਪਰਹੇਜ਼ ਜਿਹੜੇ ਤੁਹਾਡਾ ਸਮਾਂ ਨਿੰਦਿਆ ਕਰਨ ਵਿੱਚ, ਨਿੰਦਿਆ ਸੁਣਨ ਵਿੱਚ, ਸੁਣਾਉਣ ਵਿੱਚ ਬਤੀਤ ਕਰਾਉਂਦੇ ਹੋਣ, ਉਹਨਾਂ ਦੀ ਸੰਗਤ ਤੋਂ ਥੋੜਾ ਜਿਹਾ ਪਰਹੇਜ਼ ਰੱਖੋ। ਪਤਾ ਹੈ ਇਹ ਫਲਾਣੀ ਬੀਬੀ ਹੈ, ਇਹਨੇ 1 ਘੰਟਾ ਮੇਰਾ ਸਮਾਂ ਨਾ ਬਰਬਾਦ ਕਰਨਾ, ਨਿੰਦਿਆ ਚੁਗਲੀ ਵਿੱਚ ਲਾਉਣਾ, ਬਹਾਨਾ ਲਾ ਦਿਓ ਜੀ ਇਸ ਵੇਲੇ ਮੈਨੂੰ ਥੋੜਾ ਜਿਹਾ ਕੰਮ ਹੈ, ਮੈਂ ਜਾ ਰਹੀ ਹਾਂ। ਪਤਾ ਹੈ ਤੁਹਾਨੂੰ ਫਲਾਣਾ ਬੰਦਾ ਇਹਨੇ 1-2 ਘੰਟੇ ਦਾ ਸਮਾਂ ਮੇਰਾ ਮਾੜੇ ਪਾਸੇ ਲਾਉਣਾ ਹੈ, ਬਹਾਨਾ ਲਾ ਕੇ ਨਿਕਲ ਜਾਓ। ਮੈਂ ਸੱਚ ਕਹਿ ਰਿਹਾ, ਉੱਥੇ ਤੁਹਾਡਾ ਬੋਲਿਆ ਹੋਇਆ ਨਿੱਕਾ ਜਿਹਾ ਝੂਠ ਵੀ ਸੱਚ ਤੋਂ ਵੱਡਾ ਮੰਨਿਆ ਜਾਏਗਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਕਿਉਂਕਿ ਇਹਨੇ ਇੱਥੇ ਝੂਠ ਤਾਂ ਕਰਕੇ ਬੋਲਿਆ ਕਿ ਇਹਦੇ ਕੀਮਤੀ ਸਵਾਸ ਅਜਾਇਆ ਨਾ ਜਾਣ। ਇਹਨੇ ਤਾਂ ਕਰਕੇ ਇੱਥੇ ਝੂਠ ਬੋਲਿਆ ਕਿ ਇਹਦਾ ਜਿਹੜਾ ਸਮਾਂ ਵਿਅਰਥ ਲੰਘਣਾ ਨਾ ਨਿੰਦਿਆ ਚੁਗਲੀ ਵਿੱਚ, ਉਹਦੇ ਤੋਂ ਇਹਦਾ ਬਚਾਅ ਹੋ ਜੇ। ਉਹ ਝੂਠ ਵੀ ਸੱਚ ਤੋਂ ਵੱਡਾ। ਕਈ ਵਾਰੀ ਹੁੰਦਾ ਵੀ ਏਦਾਂ,
ਝੂਠ ਬੋਲਣ ਤੇ ਵੀ ਬਖਸ਼ਿਸ਼ ਮਿਲ ਜਾਂਦੀ, ਕਈ ਵਾਰੀ ਸੱਚ ਬੋਲਣ ਦੀ ਵੀ ਸਜ਼ਾ ਮਿਲ ਜਾਂਦੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਉਹ ਬੋਲਿਆ ਹੋਇਆ ਝੂਠ, ਜਿਸ ਝੂਠ ਦੇ ਨਾਲ ਕਿਸੇ ਦੀ ਇੱਜ਼ਤ ਬਚ ਰਹੀ ਹੈ, ਤੇਰੇ ਸਵਾਸ ਬਚ ਰਹੇ ਨੇ ਅਜਾਇਆ ਹੋਣ ਤੋਂ, ਉੱਥੇ ਬੋਲਿਆ ਹੋਇਆ ਝੂਠ, ਜਿਸ ਜਗ੍ਹਾ ਦੇ ਉੱਤੇ ਪਿਆਰਿਆ ਕਿਸੇ ਨੂੰ ਮਾਫੀ ਮਿਲ ਰਹੀ ਏ, ਕਿਸੇ ਦੇ ਉੱਤੇ ਦਇਆ ਹੋ ਰਹੀ ਏ, ਉੱਥੇ ਬੋਲਿਆ ਤੇਰਾ ਝੂਠ ਸੱਚ ਤੋਂ ਵੱਡਾ ਹੈ। ਤੇ ਜੇ ਤੇਰੇ ਬੋਲੇ ਹੋਏ ਸੱਚ ਦੇ ਨਾਲ ਕਿਸੇ ਦਾ ਜੀਵਨ ਤਬਾਹ ਹੋ ਰਿਹਾ, ਤੇਰੇ ਬੋਲੇ ਹੋਏ ਸੱਚ ਦੇ ਨਾਲ ਕਿਸੇ ਦੀ ਲਾਈਫ ਖਰਾਬ ਹੋ ਰਹੀ ਏ, ਤੇ ਉਹ ਤੇਰਾ ਬੋਲਿਆ ਹੋਇਆ ਸੱਚ ਵੀ ਝੂਠ ਦੇ ਖਾਤੇ ਗਿਣਿਆ ਜਾਣਾ, ਉਹਦੀ ਵੀ ਸਜ਼ਾ ਮਿਲਣੀ ਹੈ। ਹਰ ਚੀਜ਼ ਦਾ ਇੱਕ ਸਿਸਟਮ ਹੈ, ਹਰ ਚੀਜ਼ ਦੀ ਇੱਕ ਜੁਗਤ ਹੈ। ਬਸ ਉਹੀ ਜੁਗਤ ਸਿੱਖਣ ਵਾਸਤੇ ਅਸੀਂ ਰੋਜ਼ਾਨਾ ਸੰਗਤ ਵਿੱਚ ਬਹਿਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹੋ ਜਿਹੇ ਬੰਦਿਆਂ ਦੀ ਸੰਗਤ ਤੋਂ ਪਰਹੇਜ਼ ਕਰੋ, ਜਿਹੜੇ ਤੁਹਾਡੇ ਸਾਹਮਣੇ ਕਿਸੇ ਦੀ ਬੁਰਾਈ ਕਰਦੇ ਨੇ। ਜ਼ਰੂਰ ਉਹਨਾਂ ਤੋਂ ਪਰਹੇਜ਼ ਕਰਿਆ ਕਰੋ, ਕਿਉਂਕਿ ਜਿਹੜੇ ਅੱਜ ਤੁਹਾਡੇ ਸਾਹਮਣੇ ਕਿਸੇ ਦੀ ਬੁਰਾਈ ਕਰ ਰਹੇ ਆ ਨਾ, ਤੁਹਾਡੇ ਕੰਨ ਭਰ ਰਹੇ, ਉਹ ਜਦੋਂ ਦੂਜਿਆਂ ਵਿੱਚ ਬਹਿੰਦੇ ਹੋਣਗੇ ਤੁਹਾਡੇ ਬਾਰੇ ਵੀ ਬੋਲਦੇ ਹੀ ਹੋਣਗੇ। ਹਾਂਜੀ, ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਨੇ ਏਦਾਂ ਨਹੀਂ ਗੱਜ ਕੇ ਬੋਲੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਭੁੱਲਿਓ ਨਾ ਜਿਹੜੀ ਮੈਂ ਗੱਲ ਕਰ ਰਿਹਾ, ਇਹੋ ਜੇ ਬੰਦਿਆਂ ਤੋਂ ਬਚ ਕੇ ਰਹਿਣਾ, ਜਿਹੜੇ ਪਿਆਰਿਓ ਤੁਹਾਡੇ ਸਾਹਮਣੇ ਦੂਜਿਆਂ ਦੀ ਬੁਰਾਈ ਕਰਦੇ ਨੇ। ਬਚ ਕੇ ਰਹੋ, ਕਿਉਂਕਿ ਜਿਹੜੇ ਤੁਹਾਡੇ ਸਾਹਮਣੇ ਦੂਜਿਆਂ ਦੀ ਬੁਰਾਈ ਕਰ ਰਹੇ, ਉਹ ਕਿਤੇ ਨਾ ਕਿਤੇ ਬਹਿ ਕੇ ਤੁਹਾਡੇ ਬਾਰੇ ਵੀ ਬੁਰਾ ਬੋਲਦੇ ਹੋਣਗੇ। ਅਗਲੀ ਗੱਲ, ਇਹ ਵੀ ਆਪਣੇ ਹਿਰਦੇ ਤੇ ਵਸਾਇਓ। ਪਹਾੜ ਚੜਨ ਦਾ ਨਾ ਇੱਕ ਅਸੂਲ ਹੁੰਦਾ ਹੈ। ਅਸੀਂ ਹੇਮਕੁੰਟ ਸਾਹਿਬ ਜਾਂਦੇ ਆ ਯਾਤਰਾ ਤੇ, ਜਿਹੜੇ ਗਏ ਉਹਨਾਂ ਨੂੰ ਪਤਾ ਹੈ, ਜਾਂ ਕਈ ਪਹਾੜੀ ਇਲਾਕਿਆਂ 'ਚ ਤੁਸੀਂ ਗਏ ਹੋਵੋਗੇ। ਜਦੋਂ ਬੰਦਾ ਪਹਾੜ ਚੜਨ ਲੱਗਦਾ ਨਾ, ਜੇ ਤੇ ਭੱਜ ਕੇ ਚੜੇ, ਬੜੀ ਜਲਦੀ ਥੱਕ ਜਾਏਗਾ, ਹੰਬ ਜਾਏਗਾ, ਬੜੀ ਜਲਦੀ ਸਾਉ ਸਾਈ ਹੋ ਜਾਏਗਾ। ਪਹਾੜ ਚੜਨ ਦਾ ਇੱਕ ਅਸੂਲ ਹੁੰਦਾ ਹੈ, ਹੌਲੀ ਹੌਲੀ ਤੇ ਝੁੱਕ ਕੇ ਚੱਲਣਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ। ਝੁੱਕ ਕੇ। ਕਦੀ ਹੇਮਕੁੰਟ ਸਾਹਿਬ ਜਾਓ, ਮੈਂ ਬਹੁਤ ਵਾਰੀ ਗਿਆ, ਮਹਾਰਾਜ ਨੇ ਖੜਿਆ, ਉਹ ਸੋਟੀ ਫੜੀ ਹੁੰਦੀ ਹੱਥ ਵਿੱਚ, ਬੰਦਾ ਹੌਲੀ ਹੌਲੀ ਕਦਮ ਰੱਖਦਾ, ਹੌਲੀ ਹੌਲੀ ਕਦਮ, ਝੁੱਕ ਕੇ ਚੱਲਦਾ। ਪਹਾੜ ਚੜਨ ਦਾ ਇੱਕ ਅਸੂਲ ਏ, ਝੁੱਕ ਕੇ ਚੱਲਣਾ, ਦੌੜੋ ਨਾ। ਜੇ ਮੰਜ਼ਿਲ ਤੇ ਪਹੁੰਚਣਾ ਹੈ ਨਾ, ਫਿਰ ਦੌੜੋ ਨਾ, ਝੁੱਕ ਕੇ ਚੱਲੋ। ਤੇ ਬਸ ਜ਼ਿੰਦਗੀ ਦਾ ਵੀ ਆਹੀ ਅਸੂਲ ਹੈ। ਜ਼ਿੰਦਗੀ ਵੀ ਪਹਾੜ ਵਰਗੀ ਹੈ ਨਾ, ਬਸ ਆਹੀ ਅਸੂਲ ਹੈ। ਜ਼ਿੰਦਗੀ ਦੇ ਵਿੱਚ ਵੀ ਪਿਆਰਿਆ ਝੁੱਕ ਕੇ ਚੱਲ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਝੁੱਕ ਕੇ ਨਿਮਰਤਾ ਦਾ ਪਹਿਰਾ ਵਧਾ ਕੇ ਚੱਲ, ਝੁੱਕ ਕੇ ਚੱਲ। ਕਿਸੇ ਗੱਲ ਦਾ ਮਾਣ ਨਾ ਕਰ। ਪਰਮੇਸ਼ਰ ਨੇ ਜੇ ਕੋਈ ਰੰਗ ਭਾਗ ਲਾਏ ਨੇ, ਇਹੋ ਹੀ ਕਹਿ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਦੌੜਨਾ, ਝੁੱਕ ਕੇ ਚੱਲ। ਦੌੜਨ ਤੋਂ ਭਾਵ ਅਹੰਕਾਰ ਨਾ ਕਰ, ਝੁੱਕ ਕੇ ਚੱਲ ਨਿਮਰਤਾ ਵਿੱਚ। ਜ਼ਿੰਦਗੀ ਦਾ ਵੀ ਆਹੀ ਅਸੂਲ ਹੈ। ਇਹ ਮੇਰੀ ਬੇਨਤੀ ਹੈ, ਬੇਨਤੀ। ਜਦੋਂ ਬੰਦਾ ਝੁੱਕ ਕੇ ਚੱਲਦਾ ਹੈ ਨਾ, ਫਿਰ ਸਤਿਗੁਰੂ ਹੋਰ ਦਾਤਾਂ ਪਾਈ ਜਾਂਦੇ ਨੇ, ਹੋਰ ਮੇਰਾਂ ਵਰਤਾਈ ਜਾਂਦੇ, ਹੋਰ ਬਖਸ਼ਿਸ਼ਾਂ ਪਾਈ ਜਾਂਦੇ ਨੇ। ਤੇ ਜੇ ਬੰਦਾ ਭੱਜਣਾ ਸ਼ੁਰੂ ਕਰ ਦੇਵੇ, ਭਾਵ ਅਹੰਕਾਰ ਕਰਨਾ ਸ਼ੁਰੂ ਕਰ ਦੇਵੇ, ਫਿਰ ਦਾਤਾ ਕਹਿੰਦਾ, ਤੈਨੂੰ ਤੇ ਹੁਣੇ ਮੈਂ ਸਾਈਡ ਤੇ ਲਾਉਣਾ, ਹੁਣੇ ਤੂੰ ਹੰਬ ਜਾਏਗਾ, ਹੁਣੇ ਤੂੰ ਥੱਕ ਜਾਏਗਾ, ਹੁਣੇ ਤੈਨੂੰ ਬਹਿਣਾ ਹੀ ਪੈਣਾ। ਫਿਰ ਮੇਰੀ ਬੇਨਤੀ ਹੈ, ਜ਼ਿੰਦਗੀ ਦੇ ਵਿੱਚ ਝੁੱਕ ਕੇ ਚੱਲੀਏ। ਕਹੋ ਨਾਨਕ ਸਭ ਤੇਰੀ ਵਡਿਆਈ। ਸਾਰੇ ਬੋਲੋ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੇ ਮੇਰਾ। ਮਹਾਰਾਜ ਮੈਂ ਉਹ ਹੀ ਆ ਜਿਹਨੂੰ ਪਹਿਲੇ ਕੋਈ ਪਾਣੀ ਦਾ ਘੁੱਟ ਵੀ ਨਹੀਂ ਸੀ ਪੁੱਛਦਾ ਹੁੰਦਾ। ਜੇ ਅੱਜ ਕੋਈ ਰੰਗ ਭਾਗ ਤੂੰ ਲਾਏ ਨੇ, ਇਹ ਮੇਰੀ ਚਤਰਾਈ ਨਹੀਂ, ਸਭ ਤੇਰੀ ਵਡਿਆਈ ਵਰਤ ਰਹੀ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਮੈਨੂੰ ਬੜੀ ਅੱਛੀ ਲੱਗੀ।
ਕਹਿੰਦੇ ਜੀਵਨ ਇਹੋ ਜਿਹਾ ਰੱਖ ਕਿ ਜੀਵਨ ਦੇ ਵਿੱਚ ਜੋ ਹੋਇਆ ਅੱਛਾ ਹੋਇਆ, ਚੰਗਾ ਹੋਇਆ, ਫਿਰ ਬੰਦਾ ਹਰ ਵੇਲੇ ਸ਼ੁਕਰਾਨੇ ਕਰੇਗਾ। ਕਈ ਕਹਿੰਦੇ ਜੀ ਮੇਰੇ ਤੇ ਬੜੇ ਦੁੱਖ ਆਏ, ਮੈਂ ਤੇ ਗਰੀਬੀ ਕੱਟੀ, ਮੈਂ ਤੇ 25 ਗੱਜ ਦੇ ਮਕਾਨ ਦੇ ਵਿੱਚ 25 ਗੱਜ ਦੇ ਮਕਾਨਾਂ ਵਿੱਚ ਵੀ ਕਈ ਰਹਿੰਦੇ ਨੇ, ਮੈਂ ਤੇ ਇੰਨੀ ਗਰੀਬੀ ਚ ਰਿਹਾ, ਮੇਰੇ ਲਈ ਚੰਗਾ ਕੀ ਹੋਇਆ? ਉਹ ਚੰਗਾ ਹੀ ਹੋਇਆ, ਤੂੰ 25 ਗੱਜ ਦੇ ਮਕਾਨ ਚ ਰਿਹਾ, ਕਈ ਤੇ ਰਿਕਸ਼ਿਆਂ ਦੇ ਉੱਤੇ ਰਹਿੰਦੇ ਨੇ, ਕਈ ਤੇ ਫੁੱਟਪਾਥ ਦੇ ਉੱਤੇ ਸੌਂਦੇ ਨੇ, ਤੇਰੇ ਕੋਲ ਸਾਈਕਲ ਵੀ ਨਹੀਂ ਪਰ ਉਹ ਵੀ ਤੇ ਮੌਜੂਦ ਨੇ ਜਿਨ੍ਹਾਂ ਦੇ ਪੈਰ ਹੀ ਨਹੀਂ ਨੇ। ਜੀ ਜੋ ਹੋਇਆ ਉਹ ਚੰਗੇ ਲਈ ਹੋਇਆ, ਜੋ ਹੋਏਗਾ ਉਹ ਵੀ ਚੰਗਾ ਹੀ ਹੋਏਗਾ। ਕਹਿ ਦਿਓ ਵਾਹਿਗੁਰੂ ਜੀ, ਵਾਹਿਗੁਰੂ ਜੀ। ਜੋ ਹੋਇਆ ਉਹ ਚੰਗਾ ਹੋਇਆ, ਜੋ ਹੋਏਗਾ ਉਹ ਵੀ ਚੰਗਾ ਹੋਏਗਾ। ਪਰਮੇਸ਼ਰ ਸਾਈਂ ਕਹਿੰਦੇ ਆਪਣੇ ਆਪ ਨੂੰ ਮੇਰੇ ਤੇ ਛੱਡ ਦੇ, ਮੇਰੇ ਤੇ ਭਾਵ ਆਪਣਾ ਆਪ ਸਰੈਂਡਰ ਕਰ ਦੇ, ਸਰੈਂਡਰ, ਆਪਣੇ ਆਪ ਨੂੰ ਛੱਡ ਮੇਰੇ ਦੇ ਉੱਤੇ ਤੇ ਆਪਣੇ ਕਰਮਾਂ ਦੇ ਉੱਤੇ ਧਿਆਨ ਦੇ। ਕਰਮ ਜਿਹੜੇ ਕਰਮ ਬੀਜਦਾ ਹੈ ਨਾ, ਕਰਮਾਂ ਦੇ ਉੱਤੇ ਧਿਆਨ ਦੇ ਬਸ, ਕਿ ਮੈਂ ਕੋਈ ਇਹੋ ਜਿਹਾ ਕਰਮ ਤੇ ਨਹੀਂ ਬੀਜ ਰਿਹਾ ਜਿਹਦਾ ਫਲ ਖਾਣਾ ਮੇਰੇ ਲਈ ਬਾਅਦ ਵਿੱਚ ਔਖਾ ਹੋ ਜੇ। ਆਪਣੇ ਆਪ ਨੂੰ ਮੇਰੇ ਉੱਤੇ ਛੱਡ ਦੇ, ਕਰਮ ਇਹੋ ਜੇ ਕਰ, ਕਰਮਾਂ ਵੱਲ ਧਿਆਨ ਦੇ, ਕਰਮ ਇਹੋ ਜੇ ਕਰ ਜਿਹੜੇ ਸਵਾਰਥ ਰਹਿਤ ਹੋਣ ਤੇ ਪਾਪਾਂ ਤੋਂ ਰਹਿਤ ਹੋਣ। ਆਖੋ ਵਾਹਿਗੁਰੂ ਜੀ, ਵਾਹਿਗੁਰੂ। ਕਰਮ ਇਹੋ ਜੇ ਕਰ ਜਿਨ੍ਹਾਂ ਕਰਮਾਂ ਦੇ ਵਿੱਚ ਬਸ ਆਪਣਾ ਸਵਾਰਥ ਹੀ ਨਾ ਛੁਪਿਆ ਹੋਵੇ, ਆਪਣਾ ਹੀ ਸਵਾਰਥ। ਮੇਰਾ ਬਣਨਾ ਚਾਹੀਦਾ, ਦੂਜਿਆਂ ਦਾ ਵਿਗੜਦਾ ਵਿਗੜ ਜੇ, ਮੇਰੇ ਬੱਚੇ ਸਟੈਂਡ ਹੋਣੇ ਚਾਹੀਦੇ ਨੇ, ਦੂਜਿਆਂ ਦੇ ਰੁਲਦੇ ਰੁਲ ਜਾਣ, ਇਹ ਤੇ ਆਪਣਾ ਸਵਾਰਥ ਆ ਗਿਆ ਜੀ। ਆਪਣੇ ਬੱਚਿਆਂ ਨੂੰ ਸਟੈਂਡ ਕਰਨਾ ਮਾੜੀ ਗੱਲ ਨਹੀਂ, ਆਪਣਾ ਭਲਾ ਸੋਚਣਾ ਮਾੜੀ ਗੱਲ ਨਹੀਂ, ਹਾਂ ਦੂਜਿਆਂ ਦਾ ਬੁਰਾ ਕਰਕੇ ਆਪਣਾ ਭਲਾ ਸੋਚਣਾ ਆਹ ਗਲਤ ਹੈ, ਆਹ ਗਲਤ ਹੈ। ਮੇਰੀ ਬੇਨਤੀ ਹੈ ਪਿਆਰਿਓ, ਕਰਮ ਸਹੀ ਰੱਖੀਏ, ਕਰਮਾਂ ਵੱਲ ਧਿਆਨ ਦਈਏ, ਕਰਮ ਇਹੋ ਜੇ ਕਰੀਏ ਜਿਹੜੇ ਨਿਰਸਵਾਰਥ ਹੋਣ ਤੇ ਪਾਪਾਂ ਤੋਂ ਵੀ ਰਹਿਤ ਹੋਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਰੇ ਆਖੋ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਵੀ ਜਿੰਨੀਆਂ ਸੰਗਤਾਂ ਬੈਠੀਆਂ, ਤੁਹਾਨੂੰ ਵੀ ਬੇਨਤੀ ਕਰਦੇ ਆ, ਜਿਹੜੇ ਘਰਾਂ 'ਚ ਬਹਿ ਕੇ ਸੁਣ ਰਹੇ ਹੋ, ਸਭ ਨੂੰ ਮੈਂ ਬੇਨਤੀ ਕਰਦਾ ਕਿ 11 ਜੂਨ ਨੂੰ ਵਿਸ਼ੇਸ਼ ਕਰਕੇ ਰਹਿਣ ਸਬਾਈ ਸਮਾਗਮ ਹੁਣ ਰੱਖੇ ਗਏ ਨੇ। 11 ਜੂਨ ਨੂੰ ਇਸ ਵਾਰੀ ਦੇ ਸਮਾਗਮ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਕੌਲਸਰ ਸਾਹਿਬ, ਬਾਬਾ ਟਲ ਰਾਏ ਸਾਹਿਬ ਦੇ ਜੋ ਬਿਲਕੁਲ ਨਾਲ ਦਰਬਾਰ ਸਾਹਿਬ ਤੋਂ ਪੈਦਲ 2 ਮਿੰਟ ਦਾ ਰਾਹ ਹੈ, ਕੌਲਸਰ ਸਾਹਿਬ ਰੱਖੇ ਗਏ। ਤੇ ਮੇਰੀ ਬੇਨਤੀ ਹੈ, ਰਾਤ 10 ਵਜੇ ਪ੍ਰੋਗਰਾਮ ਪ੍ਰਾਰੰਭ ਹੋਣਾ ਹੈ, ਸਵੇਰੇ 4 ਵਜੇ ਤੱਕ 8, 8:30 ਹੀ ਸਾਰੀਆਂ ਸੰਗਤਾਂ ਨੇ ਪਹੁੰਚ ਜਾਣਾ ਹੈ। ਲੰਗਰ ਪ੍ਰਸ਼ਾਦ ਛਕ ਕੇ 10 ਵਜੇ ਪੂਰੇ ਆਪਾਂ ਅਰਦਾਸ ਕਰ ਦੇਣੀ ਪ੍ਰਾਰੰਭਤਾ ਦੀ। ਤੇ ਕੋਈ ਵੀ ਮਿਸ ਨਾ ਕਰਿਓ, ਪਰਿਵਾਰਾਂ ਸਮੇਤ ਹਾਜ਼ਰੀਆਂ ਭਰਿਓ, ਆਪਣੀਆਂ ਗੱਡੀਆਂ ਤੇ, ਮੋਟਰਸਾਈਕਲਾਂ ਤੇ, ਟਰੱਕਾਂ ਤੇ, ਭਾਵੇਂ ਬੱਸਾਂ ਤੇ, ਜਿਵੇਂ ਵੀ ਆ ਸਕੋ ਵੱਧ ਤੋਂ ਵੱਧ ਸੰਗਤ ਲੈ ਕੇ ਆਏ। ਕੱਲ ਦੀ ਗੱਲ ਹੈ ਜੀ, ਜੰਮੂ ਤੋਂ ਸੰਗਤ ਆਈ ਸੀ ਇੱਥੇ, ਕਹਿੰਦੇ ਪਿਛਲੀ ਜਿਹੜੀ 14 ਅਪ੍ਰੈਲ ਦੀ ਇੱਥੇ ਰਹਿਣ ਸਬਾਈ ਹੋਈ ਸੀ ਨਾ, ਕਹਿੰਦੇ ਉਸ ਰਹਿਣ ਸਬਾਈ 'ਚ ਅਸੀਂ ਹਾਜ਼ਰੀ ਭਰੀ। ਮੈਂ ਗੁਰੂ ਦੀ ਹਜ਼ੂਰੀ 'ਚ ਇੱਕ ਬਚਨ ਵਿੱਚ ਕਰ ਰਿਹਾ, ਕਹਿੰਦੇ ਸਾਡਾ ਭਰਾ ਕੈਂਸਰ ਦੀ ਲਾਸਟ ਸਟੇਜ ਸੀ, ਲਾਸਟ। ਕਹਿੰਦੇ ਜਦੋਂ ਦੀ ਇੱਥੇ ਹਾਜ਼ਰੀ ਭਰ ਕੇ ਗਏ ਆ, ਗੁਰੂ ਰਾਮਦਾਸ ਨੇ ਤਰਸ ਦਾ ਖਾਤਾ ਖੋਲਿਆ, ਉਹ ਕੈਂਸਰ ਵਾਲੇ ਰੋਗ ਤੋਂ ਨਾ ਉਹਦਾ ਮੋੜਾ ਪੈਣਾ ਸ਼ੁਰੂ ਹੋ ਗਿਆ, ਲਾਸਟ ਸਟੇਜ ਤੋਂ, ਲਾਸਟ ਸਟੇਜ ਤੋਂ। ਦੇਖੋ ਮੈਂ ਗੱਲ ਕਰ ਰਿਹਾ, ਜਦੋਂ ਸ਼ਰਧਾ ਤੇ ਭਾਵਨਾ ਦੇ ਨਾਲ ਆ ਕੇ ਤੁਸੀਂ ਪ੍ਰੈਕਟੀਕਲ ਕਰਦੇ ਹੋ ਨਾ, 10 ਤੋਂ ਲੈ ਕੇ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੱਕ ਜਦੋਂ ਰਾਤ ਕੱਟਣੀ ਬਾਪੂ ਜੀ ਦੀ ਗੋਦੀ ਵਿੱਚ, ਬਾਪੂ ਨੇ ਮੰਦੇ ਲਿਖ ਕਿਵੇਂ ਨਹੀਂ ਮਠਾਉਣੇ। ਜਾਰਾ ਘਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਤੱਖ ਬਹਿੰਦੇ ਨੇ ਬੀਬੀ ਕੌਲਾਂ ਜੀ, ਗੁਰੂ ਹਰਗੋਬਿੰਦ ਸਾਹਿਬ ਚੌਂਕੜਾ ਮਾਰ ਕੇ ਆਪਣੇ ਮਾੜੇ ਕਰਮਾਂ ਦੇ ਬੰਧਨ ਕਟਵਾਉਣ ਵਾਸਤੇ ਆ ਜਿਓ। ਇਹ ਮੇਰੀ ਬੇਨਤੀ ਹੈ, ਰਹਿਣ ਸਬਾਈ ਵਾਲੀ ਬੇਨਤੀ ਦਿਲਾਂ ਦੇ ਉੱਤੇ ਨੋਟ ਕਰ ਲਿਓ। 11 ਜੂਨ ਸ਼ਨੀਵਾਰ ਦਾ ਦਿਨ ਬਣਦਾ, ਰਾਤ ਨੂੰ 10 ਤੋਂ ਸਵੇਰੇ 4 ਵਜੇ। ਆ ਬੱਜੂ ਮਾਨ ਵਾਲੇ ਬੈਠੇ ਸਾਡੇ, ਕਹਿੰਦੇ ਜੀ ਮੇਰੇ ਗੋਡਿਆਂ 'ਚ ਪ੍ਰੋਬਲਮ ਹੋ ਗਈ ਸ਼ੁਰੂ। ਕੱਲ ਮੈਨੂੰ ਕਹਿ ਰਹੇ
ਕਹਿੰਦੇ ਮੈਂ ਉਡੀਕ ਰਿਹਾ ਸਾਂ ਰੈਣ ਸਬਾਈ ਆਵੇ ਤੇ ਮੈਂ ਵੀ ਆਪਣੀ ਫਾਈਲ ਲਾ ਦਿਆਂ। ਕਹਦੇ ਵਾਹਿਗੁਰੂ ਜੀ, ਦੇਖੋ ਕਿੰਨਾ ਭਰੋਸਾ ਹੈ, ਕਿੰਨਾ ਭਰੋਸਾ ਕਿ ਰੈਣ ਸਬਾਈ 'ਚ ਬੈਠਾਂਗੇ ਤੇ ਗੁਰੂ ਰਾਮਦਾਸ ਨੇ ਮਾੜੇ ਕਰਮਾਂ ਦੇ ਉੱਤੇ ਲੀਕਾਂ ਪਾਉਣੀਆਂ ਪਾਉਣੀਆਂ, ਮੇਰਾ ਕਰਨੀਆਂ ਕਰਨੀਆਂ। 11 ਤਰੀਕ ਦੀ ਰੈਣ ਸਬਾਈ ਆਪਣੇ ਦਿਲਾਂ ਦੇ ਉੱਤੇ ਨੋਟ ਕਰ ਲਓ। 11 ਜੂਨ ਸਭ ਨੇ ਹੁਮ ਹੁਮਾ ਕੇ ਦਰਸ਼ਨ ਦੇਣੇ। ਆਓ ਸ਼ਬਦ ਪੜ੍ਹੀਏ। ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ। ਇਹ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ 806 807 ਨੰਬਰ ਅੰਗ ਦੇ ਉੱਤੇ ਦਰਜ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਲੰਘਿਆ। ਮੈਂ ਕੀਰਤਨ ਦੇ ਬੈਠਣ ਤੋਂ ਪਹਿਲੇ ਸੋਚ ਰਿਹਾ ਕਿਹੜਾ ਸ਼ਬਦ ਲਾਵਾਂ। ਮੈਂ ਕਦੀ ਇਹਨੂੰ ਕਹਿ ਰਿਹਾ, ਕਦੀ ਮੈਂ ਕਿਹੜਾ ਸ਼ਬਦ ਲਾਵਾਂ। ਫਿਰ ਮਹਾਰਾਜ ਨੇ ਕਿਰਪਾ ਕੀਤੀ, ਇਹ ਸ਼ਬਦ ਜੋ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਗੁਰਿਆਈ ਗੁਰਪੁਰਬ ਲੰਘਿਆ, ਉਸ ਦਿਨ ਅਸੀਂ ਸ਼ਬਦ ਪੜ੍ਹਿਆ ਸੀ ਉੱਥੇ, ਹਰਗੋਬਿੰਦ ਗੁਰ ਛਤਰ ਚੰਦੋਆ। ਜਿਸ ਦਿਨ ਗੁਰਿਆਈ ਗੁਰਪੁਰਬ ਸੀ ਉੱਥੇ ਕੌਲਸਰ ਸਾਹਿਬ ਹਾਜ਼ਰੀ ਭਰੀ ਸੀ ਮੈਂ। ਤੇ ਅੱਜ ਸ਼ਬਦ ਪੜ੍ਹਨੇ ਵੱਡੀ ਆਰਜਾ, ਹਰਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ। ਸਾਰੀ ਸੰਗਤ ਕਰਿਓ ਜੀ ਕਿਰਪਾ ਪਿਆਰ ਨਾਲ। ਵੱਡੀ ਆਰਜਾ ਹਰਗੋਬਿੰਦ ਕੀ, ਹਰਗੋਬਿੰਦ ਕੀ। ਬੋਲੋ ਵੱਡੀ ਆਰਜਾ ਹਰਗੋਬਿੰਦ ਕੀ, ਹਰਗੋਬਿੰਦ ਕੀ। ਸਾਰੇ ਬੋਲੋ ਵੱਡੀ ਆਰਜਾ ਹਰਗੋਬਿੰਦ ਕੀ, ਹਰਗੋਬਿੰਦ ਕੀ। ਸੁਖ ਮੰਗਲ ਕਲਿਆਣ ਵਿਚਾਰਿਆ, ਸੁਖ ਮੰਗਲ ਕਲਿਆਣ ਵਿਚਾਰਿਆ। ਪੜ ਵੱਡੀ ਆਰਜਾ ਹਰਗੋਬਿੰਦ ਕੀ, ਹਰਗੋਬਿੰਦ ਕੀ। ਲਓ ਹਾਜ਼ਰੀ। ਵੱਡੀ ਆਰਜਾ ਹਰਗੋਬਿੰਦ ਕੀ, ਹਰਗੋਬਿੰਦ ਕੀ। ਗੁਰੂ ਰਾਮਦਾਸ ਸਾਰਿਆਂ ਕੋ ਧੰਨ ਬਾਬਾ ਦੀਪ ਸਿੰਘ ਜੀ। सगले आनंद किया परमेश्वर, सगले आनंद किया परमेश्वर। अपना बिरद समारिया, साध जना होए कृपाला। बड़ा सारे
वड्डी आरजा हर गोबिंद की, हर गोबिंद की। सुख मंगल कल्याण विचारिया, सुख मंगल कल्याण विचारिया। वड्डी आरजा हर गोबिंद की, हर गोबिंद की। पढ़ो वड्डी आरजा हर गोबिंद की, हर गोबिंद की। गुरु रामदास सारे आखो धन गुरु रामदास धन गुरु रामदास जी। प्यार नाल आखो ने जी धन बाबा दीप सिंह जी। खंडे वालिया कारज सतगुर आप सवारिया। कारज सतगुर आप सवारिया। जी वड्डी आरजा हर गोबिंद की। वड्डी आरजा हर गोबिंद की। सुख मंगल कल्याण विचारिया, सुख मंगल कल्याण विचारिया। पढ़ो वड्डी आरजा हर गोबिंद की, हर गोबिंद की। सारे वड्डी आरजा हर गोबिंद की, हर गोबिंद की। गुरु रामदास जी सारे आखो धन बाबा दीप सिंह जी।
साधारिया। मन इच्छे नानक फल पाए, पूरन इच्छे पुजारिया। पूरन इच्छे पुजारिया, बटिया रिझा हरि गोविंद की, हरि गोविंद की। हरे बढ़िया रिझा हरि गोविंद की, हरि गोविंद की। सुख मंगल कल्याण विचारिया, सुख मंगल कल्याण विचारिया। बढ़िया रिझा हरि गोविंद की, हरि गोविंद की। बढ़िया रिझा हरि गोविंद की, हरि गोविंद की। मेरा सतगुर रखवाला हुआ, मेरा सतगुर रखवाला हुआ। बोलो मेरा सतगुर रखवाला हुआ। सारे बोलो मेरा सतगुर रख के रखवाला हुआ। सारे नहीं बोले, बोलो मेरा सतगुर रखवाला हुआ। तार कृपा प्रभु हाथ दे रखिया, हर गोविंद नमान रोआ। मेरा सतगुर रखवाला हुआ। बोलो मेरा सतगुर रखवाला हुआ। ताप गया प्रभु आप मिटाया, जन की लाज रखाई। साध संगत ते सब फल पाए, सतगुर के पल जाई। हलत पलत प्रभु तो में सवारे, हमरा गुण अब गुण न विचारे। अटल वचन नानक गुर तेरा, सफल कर मस्तक तारिया। मेरा सतगुर रखवाला हुआ। मेरा सतगुर रखवाला हुआ। मेरा सतगुर रखवाला हुआ। मेरा सतगुर रखवाला हुआ। जी जंत्र सब तिसके किए, सोई संत सहाई। अपने सेवक की आपे राखे, पूरन पई बढ़ाई। मेरा सतगुर रख
रखवाला हो मेरा सतगुर रखवाला हो ਇੱਥੇ ਉੱਥੇ ਰਖਵਾਲਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ ਮੇਰਾ ਸਤਿਗੁਰ ਰਖਵਾਲਾ ਮੇਰਾ ਸਤਗੁਰ ਰਖਵਾਲਾ ਹੋ ਪਾਰ ਬ੍ਰਹਮ ਪੂਰਾ ਮੇਰੇ ਨਾਲ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੇ ਪੂਰੀ ਸਭ ਰਾਖੀ ਹੋਏ ਸਰਬ ਦਇਆਲ ਮੇਰਾ ਸਤਿਗੁਰ ਰਖਵਾਲਾ ਹੋ ਬੋਲੋ ਮੇਰਾ ਸਤਗੁਰ ਰਖਵਾਲਾ ਹੋ ਮੇਰਾ ਸਤਿਗੁਰ ਰਖਵਾਲਾ ਹੋ ਮੇਰਾ ਸਤਗੁਰ ਰਖਵਾਲਾ ਹੋ ਤਾਰ ਕਿਰਪਾ ਬੋਲੋ ਤਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰ ਗੋਬਿੰਦ ਨਵਾਨ ਲੋ ਵੱਡੀਆਂ ਰਚਨਾ ਹਰ ਗੋਬਿੰਦ ਕੀ ਹਰ ਗੋਬਿੰਦ ਕੀ ਵੱਡੀਆਂ ਰਚਨਾ ਹਰ ਗੋਬਿੰਦ ਕੀ ਹਰਿ ਗੋਬਿੰਦ ਕੀ ਸਾਰੇ ਜੀ ਵੱਡੀਆਂ ਰਚਨਾ ਹਰ ਗੋਬਿੰਦ ਕੀ ਹਰਿ ਗੋਬਿੰਦ ਕੀ ਗੱਜ ਕੇ ਵੱਡੀਆਂ ਰਚਾ ਹਰਿ ਗੋਬਿੰਦ ਕੀ ਹਰਿ ਗੋਬਿੰਦ ਕੀ ਕੋਈ ਢਿੱਲਾ ਨਾ ਪਵੇ
गुरु रामदास जी, धन गुरु रामदास जी, धन गुरु रामदास जी, धन गुरु रामदास जी। सारी संगत प्यार नाल आखो न जी, धन बाबा दीप सिंह जी, धन गुरु हरगोबिंद पातशाह साईं दा पावन पवित्र गुरता गद्दी दिवस बतीत होया। धन गुरु अर्जन देव पातशाह जी ने गुरता गद्दी दी दात बख्शी। बाबा बुढ़ा साहब जी ने तिलक लाया। मेरी पीरी दियां दो किरपाना पवाइयां और धन गुरु हरगोबिंद पातशाह जिस दिन गुरता गद्दी ते बैठे हैं ना, उस दिन गुरु अर्जन देव पातशाह जी ने बड़ी कृपा की, गुरता गद्दी ते बिठाया। ओहो ही गुरु नानक जी वाली जोत जिहड़ी गुरु अर्जन देव जी दे अंदर अपनी जोत भी गुरु हरगोबिंद पातशाह दे अंदर टिका दिती। आखो वाहिगुरु जी, वाहिगुरु जी, अपनी जोत टिका दिती। गुरता गद्दी जिस दिन मिली, इउं कह लो उस दिन गुरु हरगोबिंद पातशाह तखत दे उत्ते बह के संगतां दे माड़े लेखां नूं पाड़न वाले बने ने। आखो वाहिगुरु जी, वाहिगुरु जी। बड़े वड्डे दाते। मैं उस दिन कई प्यार वालियां बेनतियां कीतियां सी। वो प्रोग्राम ऐतवार या सोमवार चलना है, वो सुनिओ जरूर। गुरु हरगोबिंद पातशाह बड़े वड्डे दाते। और मैं इउं कहां, सदाई कारज सदाई तुसी आके बेनती कीती ते महाराज कोई चिर नहीं लाउंदे, वेखे अच्छा इहदे कर्मां दे विच अजे कोई कमी है। जे कर्मां 'च कमी होवे, जेड़ा पातशाह साईं दे दर ते आ जाए, ओदी ओ कर्मां दी कमी भी पूरी कर देंदे ने। हैं जी, उसे वेले सिद्धा लेखा। बड़े दयालु दाते गुरु हरगोबिंद साहब, बड़े दाते। ताई ते संगतां प्यार दे नाल दो जहान दे वाली कहंदियां ने। इत्थे भी बांह फड़न वाले, उत्थे भी। ताई ते संगतां उन्हां नूं बंदी छोड़ कथा कहंदियां ने। दुनियावी बंधन भी कटदे ने ते परमार्थ दे रस्ते दे उत्ते जे कोई बंधन पिया होवे ना, गुरु हरगोबिंद पातशाह भी कट देंदे ने। आखो वाहिगुरु जी, धन गुरु रामदास जी, धन गुरु रामदास जी। प्यार नाल सारे आखो ने जी, धन बाबा दीप सिंह जी। हुण बंधन पिया ही सी ना बीबी सुलखणी ने, कुल अगे वध नहीं रही, बंधन ही सी ना दुनियावी। ते जदों आई छेवें पातशाह दे कोल लाई अर्जी, ते पातशाह साईं ने ना चैक करन वास्ते, कई बारी मालिक चैक भी करदा है, चैक भी
ਕੋਈ ਮਹਾਂਪੁਰਖਾਂ ਦੀ ਸੰਗਤ ਕਰਨ ਵਾਲਾ ਹੋਵੇ ਨਾ, ਕਈ ਵਾਰੀ ਮਹਾਂਪੁਰਖ ਚੈੱਕ ਕਰਦੇ ਨੇ, ਕਈ ਵਾਰੀ ਇਦਾਂ ਦੀ ਗੱਲ ਆਪੇ ਛੇੜ ਦੇਣਗੇ, ਵੇਖਦੇ ਅੱਗੋਂ ਇਹ ਕੀ ਰਿਸਪੌਂਸ ਦਿੰਦੇ। ਕਈ ਵਾਰੀ ਕੋਈ ਇਹੋ ਜਿਹੀ ਗੱਲ ਕਹਿ ਦੇਣਗੇ ਜਿਹਦੇ ਨਾਲ 2 ਮਿੰਟ ਉਹ ਸੋਚੇਗਾ ਯਾਰ ਇਦਾਂ ਕੀ। ਕਈ ਵਾਰੀ ਚੈੱਕ ਕਰ ਰਹੇ ਹੁੰਦੇ ਨੇ ਕਿ ਜਿਹੜਾ ਕੋਲ ਆਇਆ ਸ਼ਰਧਾ ਵਿੱਚ ਪੂਰਾ ਹੈ ਕਿ ਅਜੇ ਕਮੀ। ਆਖੋ ਵਾਹਿਗੁਰੂ ਜੀ। ਤੇ ਜੇ ਕਿਤੇ ਕਮੀ ਨਜ਼ਰ ਆਵੇ, ਕਮੀ ਪੂਰੀ ਵੀ ਉਹਨਾਂ ਆਪੇ ਕਰਨੀ ਹੈ, ਮੇਰ ਵੀ ਉਹੀ ਕਰਨ ਵਾਲੇ ਨੇ। ਹੁਣ ਪਾਤਸ਼ਾਹ ਸਾਈਂ ਨੇ ਨਾ ਚੈੱਕ ਕਰਨ ਵਾਸਤੇ ਇੰਨੀ ਗੱਲ ਕਹਿਤੀ, ਬੀਬੀ ਤੇਰੇ ਭਾਗਾਂ 'ਚ ਲਿਖਿਆ ਹੀ ਕੋਈ ਨਹੀਂ ਪੁੱਤ। ਤੇ ਅਜੇ ਥੋੜੀ ਜੀ ਕਮੀ ਸੀ ਸ਼ਰਧਾ ਵਿੱਚ, ਰੋਣਾ ਸ਼ੁਰੂ ਕਰਤਾ। ਆ ਗਈ ਬਾਤ, ਮੇਲ ਹੋਇਆ ਭਾਈ ਗੁਰਦਾਸ ਜੀ ਦਾ। ਉਹ ਬੀਬਾ ਇਹ ਤੇ ਉਹ ਦਰ ਹੈ ਜਿਸ ਦਰ ਦੇ ਉੱਤੇ ਕੋਈ ਰੋਂਦਾ ਜਾਵੇ ਹੱਸਦਾ ਆਉਂਦਾ, ਤੂੰ ਹੱਸਦੀ ਗਈ ਰੋਂਦੀ ਆ ਰਹੀ ਹੈ। ਉਹ ਗੁਰਮੁਖਾ ਰੋਵਾਂ ਨਾ ਤੇ ਦੱਸ ਕੀ ਕਰਾਂ। ਇੰਨੇ ਪੀਰ ਫਕੀਰ ਮੈਂ ਮਨਾਏ, ਇੰਨੀਆਂ ਥਾਵਾਂ ਤੇ ਮੈਂ ਗਈ, ਸਭ ਨੇ ਮੈਨੂੰ ਰੇਤ ਦੀ ਬੁੱਕ ਮਾਰੀ। ਭਾਵ ਸਭ ਨੇ ਮੈਨੂੰ ਦਿਲਾਸਾ ਦਿੱਤਾ ਪੁੱਤ ਹੋ ਜਾਏਗਾ, ਪਰ ਤੇਰੇ ਗੁਰੂ ਨੇ ਤੇ ਪੱਥਰ ਹੀ ਮਾਰ ਛੱਡਿਆ, ਕਰਮਾਂ 'ਚ ਨਹੀਂ ਲਿਖਿਆ। ਦੱਸ ਰੋਵਾਂ ਨਾ ਤੇ ਕੀ ਕਰਾਂ। ਅਜੇ ਤੇਰਾ ਗੁਰੂ ਹੈ ਜੀ, ਅਜੇ ਮੇਰਾ ਬਣਨਾ ਹੈ ਜੀ। ਕਹਿ ਦਿਓ ਵਾਹਿਗੁਰੂ ਜੀ। ਤੇਰੇ ਗੁਰੂ ਨੇ ਤੇ ਸਿੱਧਾ ਪੱਥਰ ਹੀ ਮਾਰ ਛੱਡਿਆ, ਤੇਰੇ ਕਰਮਾਂ 'ਚ ਨਹੀਂ ਲਿਖਿਆ। ਦੱਸ ਰੋਵਾਂ ਨਾ ਤੇ ਕੀ ਕਰਾਂ। ਤੇ ਉਸ ਵੇਲੇ ਭਾਈ ਸਾਹਿਬ ਕਹਿਣ ਲੱਗੇ, ਬੀਬੀ ਰੋਣਾ ਕਿਉਂ ਸ਼ੁਰੂ ਕਰਤਾ। ਜੇ ਸਾਹਿਬ ਨੇ ਕਿਹਾ ਭਾਗਾਂ 'ਚ ਨਹੀਂ ਲਿਖਿਆ, ਫੜ ਲੈਂਦੀ ਉਸੇ ਵੇਲੇ ਚਰਨ ਤੇ ਫੜ ਕੇ ਚਰਨ ਕਹਿੰਦੀ, ਪਾਤਸ਼ਾਹ ਇੱਥੇ ਵੀ ਲਿਖਣ ਵਾਲੇ ਤੁਸੀਂ, ਉੱਥੇ ਵੀ ਲਿਖਣ ਵਾਲੇ ਤੁਸੀਂ। ਜੇ ਉੱਥੇ ਮੇਰੇ ਭਾਗਾਂ ਕਰਕੇ, ਮੇਰੇ ਕਰਮਾਂ ਕਰਕੇ ਨਹੀਂ ਲਿਖਿਆ, ਹੁਣ ਆਪਣੀ ਰਹਿਮਤ ਕਰਕੇ ਲਿਖ ਦਿਓ, ਹੁਣ ਆਪਣੀ ਬਖਸ਼ਿਸ਼ ਕਰਕੇ ਲਿਖ ਦਿਓ, ਆਪਣੀ ਮਿਹਰ ਕਰਕੇ ਲਿਖ ਦਿਓ। ਹੁਣ ਆ ਗਈ ਜੁਗਤ ਸਮਝ ਕੇ ਛੇਵੇਂ ਪਾਤਸ਼ਾਹ ਦੇ ਫਿਰ ਆ ਕੇ ਚਰਨ ਫੜੇ, ਮਾਰੇ ਪੁੱਤਰ ਦੀ ਦਾਤ ਦਿਓ। ਮਾਰਾ ਕਹਿੰਦੇ, ਬੀਬੀ ਤੈਨੂੰ ਪਹਿਲਾਂ ਕਿਹਾ ਤੇਰੇ ਭਾਗਾਂ 'ਚ ਨਹੀਂ ਲਿਖਿਆ, ਹੁਣ ਜੁਗਤ ਸਮਝ ਕੇ ਆਈ। ਸਾਹਿਬਾ ਇੱਥੇ ਵੀ ਲਿਖਣ ਵਾਲਾ ਤੂੰ, ਉੱਥੇ ਵੀ ਲਿਖਣ ਵਾਲਾ ਤੂੰ। ਮਾਲਕ ਜੀ ਜੇ ਉੱਥੇ ਮੇਰੇ ਮਾੜੇ ਕਰਮਾਂ ਕਰਕੇ ਨਹੀਂ ਲਿਖਿਆ, ਹੁਣ ਆਪਣੀ ਰਹਿਮਤ ਕਰਕੇ ਲਿਖ ਦਿਓ। ਮਹਾਰਾਜ ਆਏ ਮੌਜ ਵਿੱਚ, ਇਤਿਹਾਸ ਦੇ ਪੰਨਿਆਂ ਤੇ ਲਿਖਿਆ ਕਿੱਥੇ ਇੱਕ ਪੁੱਤਰ ਨਹੀਂ। ਬੀਬੀ ਸੁਲੱਖਣੀ ਦੇ ਕਰਮਾਂ ਦੇ ਵਿੱਚ ਮਹਾਰਾਜ ਨੇ ਆਪਣੇ ਦਰੋਂ ਘਰੋਂ 7 ਪੁੱਤਰਾਂ ਦੀਆਂ ਦਾਤਾਂ ਨਾਲ ਇਹਨੂੰ ਨਵਾਜਿਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵੱਡੇ ਕਰਮ ਨਹੀਂ ਜੇ ਹੁੰਦੇ, ਕਈ ਕਰਮਾਂ ਦੇ ਉੱਤੇ ਢੇਰੀਆਂ ਢਾ ਦਿੰਦੇ ਨੇ। ਉਹ ਕਰਮਾਂ ਨੂੰ ਬਣਾਉਣ ਵਾਲਾ ਵੱਡਾ ਹੈ, ਉਹਦੇ ਨਾਲ ਯਾਰੀ ਪਾ ਤੇ ਸਹੀ, ਪਾ ਤੇ ਸਹੀ। ਕਰਮਾਂ ਨੂੰ ਬਣਾਉਣ ਵਾਲਾ ਵੱਡਾ ਹੈ, ਜਿਨੇ ਆ ਕਿਤੇ ਮਾੜੀਆਂ ਪਾ ਹੀ ਦਿੱਤੀਆਂ ਨਾ ਸਾਡੇ ਕਰਮਾਂ ਕਰਕੇ, ਉਹ ਮਾੜੀਆਂ ਦੇ ਉੱਤੇ ਚੰਗੀਆਂ ਪਾਉਣੀਆਂ ਵੀ ਉਹਨੇ ਹੀ ਨੇ, ਪਾ ਸਕਦਾ ਹੈ। ਬੜਾ ਵੱਡਾ ਦਾਤਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖ ਧੰਨ ਬਾਬਾ। ਜਦੋਂ ਸ਼ਰਧਾ ਤੇ ਭਾਵਨਾ ਦੇ ਨਾਲ ਤੂੰ ਉਹਦੇ ਚਰਨ ਫੜਦਾ, ਉਹ ਤੇਰੀਆਂ ਮਾੜੀਆਂ ਲੀਕਾਂ ਦੇ ਉੱਤੇ ਚੰਗੀਆਂ ਪਾ ਦਿੰਦਾ। ਚੁਪਹਿਰੇ ਦੇ ਉੱਤੇ ਆਹੀ ਤੇ ਕਰਦਾ ਬੈਠਾ ਬਾਬਾ ਖੰਡਿਆਲਾ। ਜਿਹੜਾ ਜਿਹੜਾ ਵੀ ਆ ਕੇ ਝੁਕੀ ਜਾਂਦਾ, ਬਾਬਾ ਮਾੜੇ ਕਰਮ ਵੇਖਦਾ, ਲੀਕਾਂ ਪਾ ਦਿੰਦਾ। ਕਈ ਵਾਰੀ ਹੁੰਦਾ ਪਤਾ ਕੀ ਹੈ, ਕਰਮ ਸਾਡੇ ਮਾੜੇ ਨੇ 20 ਸਾਲਾਂ ਲਈ, ਪਰ ਬਾਬੇ ਨੇ ਮਿਹਰ ਕਰਕੇ ਉਹ ਸਮਾਂ ਕੱਟਣਾ ਹੁੰਦਾ 6-7 ਮਹੀਨਿਆਂ 'ਚ। ਮੌਜ ਆਵੇ ਸੁਪਨੇ 'ਚ ਵੀ ਕੱਟ ਸਕਦਾ, ਪਰ 6-7 ਮਹੀਨੇ ਵੀ ਕਈ ਵਾਰੀ ਸਾਨੂੰ ਵੱਡੇ ਲੱਗਣ ਲੱਗ ਪੈਂਦੇ। ਪਰ ਇਹ ਭੁੱਲ ਗਏ ਏਡੇ ਵੱਡੇ ਸਾਲ ਉਹਨੇ ਮਾੜੇ ਕਰਮ ਕੱਟਦੇ। ਕਈ ਵਾਰੀ ਲਿਖਿਆ ਕਰਮ ਤੂੰ ਭੋਗਣਾ, 30 ਸਾਲ ਕਸ਼ਟ ਭੋਗਣਾ ਹੀ ਭੋਗਣਾ ਹੈ। ਪਰ ਮਹਾਰਾਜ ਕਹਿੰਦੇ ਅੱਛਾ 30 ਸਾਲ ਆ ਗਏ, ਸ਼ਰਧਾ ਨਾਲ 3 ਸਾਲਾਂ 'ਚ ਕੱਟ ਦਿਆਂਗੇ। ਪਰ 3 ਸਾਲਾਂ ਦਾ ਵੀ ਕਈ ਵਾਰੀ ਸਾਨੂੰ ਵੱਡਾ ਲੱਗਣ ਲੱਗ ਪੈਂਦਾ। ਇਹ ਨਹੀਂ ਉਸ ਵੇਲੇ ਸਾਨੂੰ ਨਜ਼ਰ ਨਹੀਂ ਆ ਰਿਹਾ 27 ਸਾਲ ਉਹਨੇ ਕਾਂਟਾ ਮਾਰਤਾ ਪਿੱਛੇ। ਉਹ 30 ਦਾ 3 ਸਾਲ ਵੀ ਬਣਾ ਸਕਦਾ ਹੈ, 3 ਸਾਲਾਂ ਦੇ 3 ਮਹੀਨੇ ਵੀ ਬਣਾ ਸਕਦਾ ਹੈ, 3 ਮਹੀਨਿਆਂ ਦੇ 3 ਹਫ਼ਤੇ ਵੀ ਬਣਾ ਸਕਦਾ ਹੈ, 3 ਹਫ਼ਤਿਆਂ ਦੇ 3 ਦਿਨ ਵੀ ਬਣਾ ਸਕਦਾ ਹੈ, ਉਹ 3 ਦਿਨਾਂ ਦੇ 3 ਮਿੰਟ ਵੀ ਬਣਾ ਸਕਦਾ ਹੈ। ਤੇ 3 ਮਿੰਟਾਂ ਦਾ ਕਸ਼ਟ ਪਿਆਰਿਓ ਉਹ ਸੁਪਨੇ 'ਚ ਵੀ ਕੱਟ ਸਕਦਾ ਹੈ। ਬੜਾ ਵੱਡਾ ਦਾਤਾ ਹੈ ਮੇਰਾ, ਬੜਾ ਵੱਡਾ। ਬਸ ਸ਼ਰਧਾ ਨਾਲ ਬਣੋ ਤੇ ਸਹੀ ਉਹਦੇ। ਆਹੀ ਕਰਦਾ ਰਹਿਣ ਸਵਾਈਆਂ ਤੇ। ਜਦੋਂ ਵੇਖਦਾ ਨਾ ਐਡੀ ਦੂਰੋਂ ਸੰਗਤ ਆ ਗਈ, ਸ਼ਰਧਾ ਤੇ ਭਾਵਨਾ ਨਾਲ ਆਈ ਹੈ,
ਉਸੇ ਵੇਲੇ ਬੈਠੇ ਸਾਈਂ ਕਰਦੇ ਕੀ ਨੇ, ਬਸ ਇੱਕ ਇੱਕ ਦੇ ਮਾੜੇ ਕਰਮਾਂ ਦੇ ਚਿੱਠੇ ਪਾੜੀ ਜਾਂਦੇ ਨੇ, ਮਾੜੀਆਂ ਲੀਕਾਂ ਦੇ ਉੱਤੇ ਚੰਗੀਆਂ ਪਾਈ ਜਾਂਦੇ ਨੇ, ਪਾਈ ਜਾਂਦੇ। ਮੇਰਾ ਬੱਚਾ ਆ ਗਿਆ ਹੁਣ ਸ਼ਰਨ, ਇਹ ਪ੍ਰੈਕਟੀਕਲ ਕਰਨ ਲੱਗ ਪਿਆ। ਰਹਿਣ ਸਬਾਈ ਤੇ ਆ ਕੇ ਸੌਂਦਾ ਨਹੀਂ, ਇਹਦਾ ਨਾ ਖਾਣ ਵੱਲ ਧਿਆਨ ਹੈ ਉਸ ਦਿਨ, ਨਾ ਬਹੁਤਾ ਸੌਣ ਵੱਲ ਧਿਆਨ ਹੈ। ਬਸ ਇਹਦਾ ਧਿਆਨ ਮੈਂ ਚੌਂਕੜਾ ਮਾਰ ਕੇ ਬਹਿਣਾ ਤੇ ਪੂਰੀ ਰਾਤ ਉਹਦੇ ਲੇਖੇ ਲਾਉਣੀ ਹੈ। ਤੇ ਫਿਰ ਜਾਣ ਲੱਗੇ ਆ ਬਖਸ਼ਿਸ਼ਾਂ ਦੀਆਂ ਦਾਤਾਂ ਦੇ ਕੇ ਹੀ ਤੋਰਦਾ। ਪਰ ਉਸ ਵੇਲੇ ਸਾਨੂੰ ਨਜ਼ਰ ਨਹੀਂ ਆਉਂਦੀਆਂ, ਸਮੇਂ ਬਾਅਦ ਫਿਰ ਪਤਾ ਲੱਗਦਾ ਓਹੋ ਆਹ ਕਸ਼ਟ ਮੇਰਾ ਤਾਂ ਹੀ ਕੱਟਿਆ ਗਿਆ, ਮੈਂ ਹਾਜ਼ਰੀ ਭਰੀ ਸੀ। ਮੇਰੀ ਬੇਨਤੀ ਬੜੇ ਵੱਡੇ ਦਾਤੇ ਨੇ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕੱਲੀ ਬੀਬੀ ਸੁਲੱਖਣੀ ਦੀ ਝੋਲੀ ਭਰੀ। ਮੈਂ ਕਹਿੰਨਾ ਉਦੋਂ ਵੀ ਭਰਦੇ ਸੀ, ਹੁਣ ਵੀ ਬੈਠੇ ਪ੍ਰਤੱਖ ਭਰ ਰਹੇ। ਹੁਣ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਸਭ ਤੋਂ ਵੱਡਾ ਗੁਨਾਹਗਾਰ ਪਤਾ ਕੌਣ ਹੁੰਦਾ ਹੈ? ਸਭ ਤੋਂ ਵੱਡਾ ਗੁਨਾਹਗਾਰ ਉਹ ਹੁੰਦਾ ਹੈ ਜਿਹੜਾ ਪਿਆਰਿਓ ਅਕਿਰਤ ਘਣ ਬਣ ਜਾਵੇ। ਅਕਿਰਤ ਘਣਤਾ ਤੋਂ ਵੱਡੀ ਗੁਨਾਹਗਾਰੀ ਹੋਰ ਦੂਜੀ ਕੋਈ ਨਹੀਂ। ਜਿਹਦੀਆਂ ਦਾਤਾਂ ਲਈਆਂ ਉਹਦੀ ਨਿੰਦਿਆ, ਜਿੱਥੋਂ ਖਾਂਦਾ ਉਹਦੇ ਬਾਰੇ ਹੀ ਬੋਲੀ ਜਾਂਦਾ ਹੈ। ਸਭ ਤੋਂ ਵੱਡੀ ਅਕਿਰਤ ਘਣਤਾ, ਆ ਸਭ ਤੋਂ ਵੱਡੀ ਬੇਈਮਾਨੀ ਹੈ, ਸਭ ਤੋਂ ਵੱਡੀ। ਤੁਸੀਂ ਕਦੀ ਵੀ ਇਹੋ ਜਿਹੇ ਬੇਈਮਾਨ ਨਾ ਬਣੇ। ਦੁਨਿਆਵੀ ਪੱਖੋਂ ਵੀ ਲੈ ਲਓ ਭਾਵੇਂ ਗੱਲ, ਉਹ ਜਿੱਥੇ ਨੌਕਰੀ ਵੀ ਕਰਦੇ ਹੋ ਨਾ, ਆਪਣੇ ਉਸ ਮਾਲਕ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰੋ। ਕਦੀ ਆ ਚੱਕਰਾਂ 'ਚ ਨਾ ਪਿਆ ਕਰੋ, ਮੈਨੂੰ ਮਿਲਿਆ ਕਿ ਮੈਨੂੰ ਘੱਟ ਤਨਖਾਹ ਮਿਲਦੀ, ਮੈਨੂੰ ਆਹ ਮਿਲਦਾ ਉਹ ਮਿਲਦਾ, ਏਦਾਂ ਨਹੀਂ ਓਦਾਂ ਨਹੀਂ। ਜਿੱਥੋਂ ਘਰ ਰੋਜੀ ਰੋਟੀ ਦਾ ਸਾਧਨ ਬਣਦਾ ਨਾ, ਉਹਦੀ ਅਰਦਾਸ ਕਰੋ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ, ਤਾਂ ਬਰਕਤਾਂ ਪੈਣਗੀਆਂ। ਨਹੀਂ ਤੇ ਖਾਈ ਵੀ ਜਾਣਾ, ਥਾਲੀ 'ਚ ਸ਼ੇਕ ਵੀ ਕਰੀ ਜਾਣਾ, ਦਾਤਾ ਕਹੇਗਾ ਨਹੀਂ ਤੂੰ ਤੇ ਅਕਿਰਤ ਘਣ ਹੈ, ਅਕਿਰਤ ਘਣ, ਤੈਨੂੰ ਅੱਗੇ ਨਹੀਂ ਮੈਂ ਵਧਾਉਣਾ। ਜਿੰਨਾ ਮਰਜ਼ੀ ਢਿੱਲ ਦਾ ਜ਼ੋਰ ਲਾ ਲੈ, ਬੰਦਾ ਉੱਥੇ ਦਾ ਉੱਥੇ ਫਿਰ ਰਹਿ ਜਾਂਦਾ, ਨਾ ਨਹੀਂ ਵਧਦਾ। ਸੁਣਿਓ ਜਿਹੜੀ ਮੈਂ ਗੱਲ ਕਰਨ ਲੱਗਾ, ਇਹ ਤੇ ਦੁਨਿਆਵੀ ਪੱਖ ਹੋ ਗਿਆ। ਹੁਣ ਦੂਜਾ ਪੱਖ ਲੈ ਲਓ, ਪਰਮਾਰਥ ਦਾ ਭਾਵੇਂ। ਸਭ ਤੋਂ ਵੱਡਾ ਗੁਨਾਹਗਾਰ ਉਹ ਬੰਦਾ ਜਿਹੜਾ ਦਾਤਾਂ ਲੈ ਕੇ ਦਾਤੇ ਨੂੰ ਭੁੱਲ ਜਾਵੇ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇੱਕ ਬੱਚੇ ਨੂੰ ਆਪਣੇ ਹੱਥੀਂ ਪਾਲਿਆ। ਉਹਦੀ ਮਾਂ ਦਾ ਨਹੀਂ ਪਤਾ, ਉਹਦੇ ਬਾਪ ਦਾ ਨਹੀਂ ਪਤਾ, ਕੌਣ ਹੈ ਉਹ? ਅਨਾਥ ਹੈ ਜੀ। ਉਹਨੂੰ ਆਪਣੇ ਹੱਥਾਂ ਨਾਲ ਪਾਲਿਆ, ਵਿਦਿਆ ਸਿਖਾਈ, ਸ਼ਸਤਰ ਵਿਦਿਆ ਸਿਖਾਈ, ਘੋੜ ਸਵਾਰੀ ਸਿਖਾਈ, ਗੁਰਬਾਣੀ ਸਿਖਾਈ, ਸਭ ਕੁਝ ਸਿਖਾਇਆ। ਆਪਣਿਆਂ ਤੋਂ ਵੱਧ ਕੇ ਉਹਨੂੰ ਲਾਡ ਕੀਤਾ, ਨਾਮ ਪੈਂਦੇ ਖਾਂ। ਪਰ ਮੱਤ ਦੇ ਉੱਤੇ ਪੈ ਗਿਆ ਪੜਦਾ। ਜਦੋਂ ਪਿਆ ਪੜਦਾ ਤੇ ਉਹੋ ਹੀ ਪੈਂਦੇ ਖਾਂ ਜਿਹਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਖੱਥੀ ਪਾਲਿਆ, ਖੱਥੀ ਵੱਡਾ ਕੀਤਾ। ਮਹਾਰਾਜ ਦੇ ਮੁਕਾਬਲੇ ਤੇ ਆ ਕੇ ਖੜ ਗਿਆ ਕਿ ਨਾ ਮੈਨੂੰ ਸਾਰੇ ਦਾ ਪੇਚ ਪਤਾ ਨੇ ਗੁਰੂ ਦੇ, ਇਹਨਾਂ ਨੇ ਕੀ ਕਰਨਾ। ਜਦੋਂ ਸਾਹਮਣੇ ਆ ਕੇ ਖੜ ਗਿਆ ਸੀ ਨਾ, ਤੇ ਮਹਾਰਾਜ ਵੇਖੋ ਏਡੇ ਦਿਆਲੂ, ਮੈਂ ਬਿਲਕੁਲ ਸੰਖੇਪ ਰੂਪ 'ਚ ਇਸ਼ਾਰੇ ਦੇ ਰਿਹਾ, ਕਿਸੇ ਗੱਲ ਦੀ ਡਿਟੇਲ 'ਚ ਨਹੀਂ ਜਾ ਰਿਹਾ। ਏਡੇ ਦਿਆਲੂ ਮੇਰੇ ਦਾਤੇ, ਜੰਗ ਦੇ ਮੈਦਾਨ ਵਿੱਚ ਪਹਿਲੇ ਖੜੋਤਾ ਹੈ ਸਾਹਮਣੇ, ਤੇ ਮਹਾਰਾਜ ਛੇਵੇਂ ਪਾਤਸ਼ਾਹ ਤਰਸ ਆ ਗਿਆ, ਕਹਿੰਦੇ ਪੈਂਦੇ ਖਾਂ ਪਹਿਲੇ ਵਾਰ ਤੂੰ ਸਾਡੇ ਉੱਤੇ ਕਰ, ਬਾਅਦ ਚੋਂ ਇਹ ਨਾ ਤੇਰੇ ਮਨ 'ਚ ਰਹਿ ਜੇ ਤੂੰ ਵਾਰ ਨਹੀਂ ਕਰ ਪਾਇਆ। ਮੈਂ ਕਹਿੰਦਾ ਬੰਦੇ ਦਾ ਹੱਥ ਉੱਠਿਆ ਕਿਵੇਂ ਹੋਏਗਾ? ਕਦੀ ਸੋਚ, ਜਿਹੜੇ ਬੱਚੇ ਨੂੰ ਆਪ ਪਾਲਿਆ ਹੋਵੇ, ਹਾਂਜੀ ਸਭ ਕੁਝ ਦਿੱਤਾ ਹੋਵੇ, ਜਦੋਂ ਉਹ ਹੀ ਸਾਹਮਣੇ ਵਿਰੋਧਤਾ ਤੇ ਖੜਾ ਹੋਵੇ, ਮੈਂ ਕਹਿੰਦਾ ਹੱਥ ਦੇ ਉਸ ਵੇਲੇ ਕੰਬ ਜਾਣੇ ਚਾਹੀਦੇ ਨੇ। ਪਰ ਮੱਤ ਦੇ ਉੱਤੇ ਇਹੋ ਜਿਹਾ ਪਰਦਾ ਪੈ ਗਿਆ, ਆਪਣੇ ਹੱਥਾਂ ਦੇ ਨਾਲ ਛੇਵੇਂ ਪਾਤਸ਼ਾਹ ਦੇ ਉੱਤੇ ਵਾਰ ਕੀਤਾ। ਹੁਣ ਵਾਰ ਤੇ ਚੱਲਿਆ ਨਹੀਂ। ਮਹਾਰਾਜ ਕਹਿੰਦੇ ਜੰਗ ਦਾ ਅਸੂਲ ਨਹੀਂ, ਪਰ ਤੈਨੂੰ ਇੱਕ ਮੌਕਾ ਹੋਰ ਦੇਨੇ, ਇੱਕ ਵਾਰ ਹੋਰ ਕਰ ਲੈ। ਦੂਜਾ ਵਾਰ ਕੀਤਾ, ਤੀਜਾ ਮੌਕਾ ਦਿੱਤਾ। ਮਹਾਰਾਜ ਕਹਿੰਦੇ ਇੱਕ ਵਾਰ ਹੋਰ ਕਰ ਲੈ, ਬਾਅਦ ਚੋਂ ਮਨ 'ਚ ਨਾ ਰਹਿ ਜੇ ਤੂੰ ਵਾਰ ਨਹੀਂ ਕਰ ਪਾਇਆ। ਹੁਣ ਤੀਜਾ ਵਾਰ ਵੀ ਜਦੋਂ ਮਹਾਰਾਜ ਦੇ ਉੱਤੇ ਨਾ ਚੱਲਿਆ, ਹੁਣ ਚੌਥਾ ਵਾਰ ਸਾਹਿਬਾਂ ਨੇ ਕੀਤਾ, ਆਪਣੀ ਕਿਰਪਾਨ ਦੇ ਨਾਲ ਜ਼ੋਰ ਦੀ ਵਾਰ ਕੀਤਾ। ਇਹਦੀ ਛਾਤੀ ਦੇ ਉੱਤੇ ਜਿਵੇਂ ਕਾਂਟਾ ਵਾਹੁੰਦੇ ਨਾ, ਏਦਾਂ ਛਾਤੀ ਦੇ ਉੱਤੇ ਵਾਰ ਕੀਤਾ। ਮਹਾਰਾਜ ਛੇਵੇਂ ਪਾਤਸ਼ਾਹ ਨੇ ਇਹ ਪੈਂਦੇ ਖਾਂ ਧੜਾਮ ਕਰਕੇ ਜ਼ਮੀਨ ਦੇ ਉੱਤੇ ਡਿੱਗਿਆ। ਹੁਣ ਜਦੋਂ ਡਿੱਗਿਆ ਨਾ, ਦੁਪਹਿਰ ਦਾ ਵੇਲਾ, ਧੁੱਪ ਮੂੰਹ ਤੇ ਪੈ ਰਹੀ,
ਮਹਾਰਾਜ ਨੂੰ ਦਇਆ ਆਈ, ਪਾਲਿਆ ਤੇ ਹੱਥੀ ਹੈ ਜੀ। ਭਾਵੇਂ ਇਹ ਵਿਰੋਧਤਾ ਵਿੱਚ ਖੜ ਗਿਆ ਹੈ, ਪਰ ਪਾਲਿਆ ਆਪਣੇ ਹੱਥਾਂ ਨਾਲ ਹੈ। ਸਾਹਿਬ ਨੂੰ ਦਇਆ ਆਈ ਤੇ ਮਹਾਰਾਜ ਸਾਈਂ ਉਸ ਵੇਲੇ ਢਾਲ ਦੇ ਨਾਲ ਨਾ ਇਹਦੇ ਮੂੰਹ ਦੇ ਉੱਤੇ ਛਾਂ ਕਰ ਦਿੱਤੀ ਤੇ ਮਹਾਰਾਜ ਨੇ ਮੱਥਾ ਕਿਤੇ ਪੜ ਲਿਆ। ਪਰ ਕਹਿੰਦੇ ਪੈਂਦੇ ਖਾਂ ਖੀਰਲਾ ਵੇਲਾ ਹੀ ਅੱਲਾ ਨੂੰ ਯਾਦ ਕਰ, ਕਲਾਮਾਂ ਪੜ, ਤੇ ਉਸ ਵੇਲੇ ਹੋਸ਼ ਆ ਗਈ। ਕਹਿੰਦਾ ਮਹਾਰਾਜ ਕਿਸ ਅੱਲਾ ਦੀ ਗੱਲ ਕਰਦੇ ਹੋ? ਕਿਹੜੇ ਅੱਲਾ ਨੂੰ ਮੈਂ ਯਾਦ ਕਰਾਂ? ਅੱਲਾ ਤੇ ਤੁਹਾਡੇ ਰੂਪ ਵਿੱਚ ਮੇਰੇ ਸਾਹਮਣੇ ਖੜੋਤਾ ਹੈ ਜੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਮੈਂ ਗੱਲ ਕਰ ਰਿਹਾ ਬੜੇ ਦਿਆਲੂ ਦਾਤੇ ਗੁਰੂ ਹਰਗੋਬਿੰਦ ਪਾਤਸ਼ਾਹ, ਬੜੇ ਦਿਆਲੂ। ਗਿਣਤੀਆਂ ਮਿਣਤੀਆਂ ਉਹਨਾਂ ਦੀਆਂ ਦਿਆਲਤਾ ਦੀਆਂ ਹੋ ਹੀ ਨਹੀਂ ਸਕਦੀਆਂ, ਬੜੇ ਦਿਆਲੂ। ਉਹਨਾਂ ਦਾ ਗੁਰਤਾ ਗੱਦੀ ਦਿਵਸ ਲੰਘਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੇ ਸ਼੍ਰੀਨਗਰ ਦੇ ਇਲਾਕੇ ਵਿੱਚ ਇੱਕ ਬੱਚੇ ਦੇ ਰੋਣ ਦੀ ਆਵਾਜ਼ ਸੁਣਦਾ ਸਾਹਿਬ, ਝਾੜੀਆਂ ਦੇ ਵਿੱਚ ਬੱਚਾ ਪਿਆ, ਬੱਚੇ ਦੀ ਰੋਣ ਦੀ ਆਵਾਜ਼ ਸੁਣਦੇ ਨੇ ਸਾਈਂ, ਘੋੜਾ ਉਧੜ ਦੜਾਉਂਦੇ ਜਿੱਧਰੋਂ ਆਵਾਜ਼ ਆ ਰਹੀ, ਜਦੋਂ ਵੇਖਿਆ ਬੱਚਾ ਲਿਬੜਿਆ ਪਿਆ, ਜਨਮ ਹੋਇਆ ਜੇ ਬੱਚੇ ਦਾ, ਮਾਂ ਨੇ ਸੁੱਟ ਦਿੱਤਾ। ਸੁੱਟਿਆ ਕਿਉਂ? ਜਨਮ ਲੈਂਦਿਆਂ ਇਹਦੇ ਮੂੰਹ ਦੇ ਵਿੱਚ ਦੰਦ ਨੇ, ਸ਼ਕਲ ਹੋਰ ਤਰ੍ਹਾਂ ਦੀ ਹੈ। ਹੁਣ ਸਾਹਿਬ ਨੇ ਸਿੱਖਾਂ ਨੂੰ ਇਸ਼ਾਰਾ ਕੀਤਾ ਬਈ ਇਹ ਬੱਚੇ ਨੂੰ ਸਾਫ਼ ਕਰਕੇ ਸਾਡੇ ਹੱਥਾਂ 'ਚ ਫੜਾਓ। ਮਹਾਰਾਜ ਇਹ ਬੱਚਾ ਤੇ ਕੁੱਥਰਾ ਹੈ। ਉਧਰੋਂ ਦੀ ਬੋਲੀ ਵਿੱਚ ਨਾ ਜਿਹੜਾ ਗੰਦਾ ਉਹਨੂੰ ਕੁੱਥਰਾ ਕਹਿੰਦੇ ਨੇ। ਮਹਾਰਾਜ ਇਹ ਕੁੱਥਰਾ ਹੈ, ਇਹ ਤੇ ਸਾਰਾ ਸਰੀਰ ਇਹਦਾ ਲਿਬੜਿਆ ਪਿਆ, ਮੂੰਹ ਦੇ ਵਿੱਚ ਦੰਦ ਨੇ ਜੰਮਦੇ ਆ, ਮੂੰਹ ਵੀ ਹੋਰ ਤਰ੍ਹਾਂ ਦਾ, ਤੇ ਕੁੱਥਰਾ ਹੈ। ਛੇਵੇਂ ਪਾਤਸ਼ਾਹ ਨੇ ਮਿਹਰ ਦੀ ਨਿਗਾਹ ਪਾਈ ਤੇ ਦਾਤਾ ਪਿਤਾ ਪਤਾ ਮੇਰਾ ਕੀ ਕਹਿੰਦਾ? ਕਹਿੰਦੇ ਸਿੱਖੋ ਧਿਆਨ ਨਾਲ ਵੇਖੋ, ਇਹ ਕੁੱਥਰਾ ਨਹੀਂ, ਇਹ ਤੇ ਸੁਥਰਾ ਹੈ। ਸੁਥਰਾ ਤੇ ਉਹੋ ਹੀ ਫਿਰ ਭਾਈ ਸੁਥਰਾ ਬਣਿਆ। ਅੱਜ ਵੀ ਉਹਨਾਂ ਦੀ ਕੁੱਲ ਚੱਲਦਾ ਹੈ। ਕਿੰਨੇ ਜ਼ਿਕਰ ਭਾਈ ਸੁਥਰੇ ਸ਼ਾਹ ਦੇ ਅਸੀਂ ਸੁਣਦੇ ਹਾਂ। ਬੜੇ ਦਿਆਲੂ ਦਾਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਦਾ ਗੁਰਤਾ ਗੱਦੀ ਦਿਵਸ ਲੰਘਿਆ। ਸਾਰੀਆਂ ਸੰਗਤਾਂ ਨੂੰ ਪਿਤਾ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਬੇਅੰਤ ਵਧਾਈਆਂ। ਕੀਰਤਨ ਦੀ ਸਮਾਪਤੀ ਕਰ ਰਹੇ, ਭੁੱਲਿਓ ਨਾ 11 ਜੂਨ। ਸਾਰੀਆਂ ਸੰਗਤਾਂ ਨੇ ਹੁਮ ਹੁਮਾ ਕੇ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਰਾਤੀ 10 ਵਜੇ ਤੋਂ ਅੰਮ੍ਰਿਤ ਵੇਲੇ 4 ਵਜੇ ਤੱਕ ਜੋ ਰਹਿਣ ਸਭਾਈ ਸਮਾਗਮ ਆ ਕੇ ਆਪਣੇ ਜਨਮਾਂ ਦੇ ਮਾੜੇ ਕਰਮਾਂ ਦੇ ਚਿੱਠੇ ਪੜਵਾ ਲਓ, ਟਿਕਟਾਂ ਬੁੱਕ ਕਰਵਾ ਲਓ। ਜਿਨ੍ਹਾਂ ਨੇ ਬਾਹਰੋਂ ਆਉਣਾ ਜਿੱਦਾਂ ਵੀ ਵਿਧ ਬਣਦੀ ਬਣਾ ਲਓ, ਮਿਸ ਨਾ ਕਰਿਓ। ਇਹ ਮੇਰੀ ਬੇਨਤੀ ਹੈ। ਸਾਰੇ ਪਰਿਵਾਰਕ ਮੈਂਬਰ ਜੋ ਗੁਰੂ ਰਾਮਦਾਸ ਜੀ ਦੇ ਬਹਿੰਦੇ ਹੋ, ਬਾਬਾ ਦੀਪ ਸਿੰਘ ਜੀ ਦੇ ਪਰਿਵਾਰਕ ਮੈਂਬਰ ਜਿਹੜੇ ਬਹਿੰਦੇ ਹੋ, ਜ਼ਰੂਰ ਹਾਜ਼ਰੀਆਂ ਭਰਿਓ। ਖਾਸ ਕਰਕੇ ਅੰਮ੍ਰਿਤਸਰ ਸ਼ਹਿਰ ਦੀਆਂ ਸੰਗਤਾਂ ਵੀ, ਸਭ ਨੂੰ ਮੈਂ ਬੇਨਤੀ ਕਰਦਾ ਜ਼ਰੂਰ ਦਰਸ਼ਨ ਦੇਣੇ। ਆਓ ਬੜੇ ਪਿਆਰ 'ਚ ਇੱਕ ਵਾਰੀ ਇਹ ਪੰਕਤੀ ਪੜੋ। ਕੀਰਤਨ ਦੀ ਸਮਾਪਤੀ। ਸੇਵਾਵਾਂ ਦੇ ਕਾਰਜਾਂ ਬਾਰੇ ਤੁਹਾਨੂੰ ਭਲੀ ਭਾਂਤ ਪਤਾ ਹੀ ਹੈ। ਜੋ ਕਾਰਜ ਚੱਲ ਰਹੇ ਨੇ ਸਾਰੀ ਸੰਗਤ ਨੂੰ ਪਤਾ ਹੈ। ਇੱਕ ਪਾੜ ਜਪਜੀ ਸਾਹਿਬ ਕਰਕੇ ਰੋਜ਼ ਅਰਦਾਸ ਕਰਦਿਆ ਕਰੋ। ਮਹਾਰਾਜ ਕੰਮ ਵੱਡੇ ਨੇ, ਤੁਹਾਡੀ ਕਿਰਪਾ ਨਾਲ ਹੀ ਉਲੀਕੇ ਨੇ, ਤੇ ਇਹ ਤੁਹਾਡੀ ਵੱਡੀ ਬਖਸ਼ਿਸ਼ ਦੇ ਨਾਲ ਹੀ ਹੋਣੇ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ। ਇੱਕ ਪਾੜ ਜਪਜੀ ਸਾਹਿਬ ਰੋਜ਼ ਦਾ ਨੇਮ ਵਧਾ ਦਿਓ ਸਾਰੇ ਪਰਿਵਾਰਕ ਮੈਂਬਰ, ਕਿ ਇਹ ਜਿੰਨੇ ਕਾਰਜ ਨੇ ਇਹ ਵੀ, ਤੇ ਜਿਹੜੇ ਮੇਰੇ ਮਨ 'ਚ ਹੋਰ ਕਾਰਜਾਂ ਦੀ ਜਿਹੜੀ ਉਹ ਪਿਤਾ ਸਾਈਂ ਨੇ ਕਿਰਪਾ ਕੀਤੀ, ਇਹਨਾਂ ਫੁਰਨੇ ਬਣਾਏ ਨੇ, ਉਹੀ ਸਤਿਗੁਰੂ ਨੇਪਰੇ ਚਾੜਨ। 113 ਯੂਨਿਟ ਕਹਿ ਰਹੇ, ਇਸ ਤੋਂ ਡਬਲ ਟ੍ਰਿਪਲ ਦਾਤਾ ਜੀ ਕੰਮ ਕਰਾਉਣ। ਇਹ ਸਭ ਨੇ ਅਰਦਾਸ ਕਰਨੀ। ਬਾਕੀ ਇਹ ਜਿਹੜੀ ਕਿਤਾਬ ਹੈ ਸਾਜਨੋ ਤੂੰ ਮੀਤ ਮੇਰਾ, ਇਹ ਦੂਸਰੀ ਕਿਤਾਬ ਦੱਸਾਂ ਦੀ ਆਈ ਹੈ। ਔਰ ਜਿਹੜਾ ਵੀ ਪੜ੍ਹ ਰਿਹਾ ਨਾ, ਸਾਨੂੰ ਇੰਨੇ ਫੋਨ ਆ ਰਹੇ ਨੇ ਕਿ ਜਦੋਂ ਦੀ ਇਹ ਕਿਤਾਬ ਪੜ੍ਹਨੀ ਸ਼ੁਰੂ ਕੀਤੀ, ਸਾਨੂੰ ਬੜੀ ਜੋ ਮੋਟੀਵੇਸ਼ਨ ਮਿਲ ਰਹੀ ਹੈ। ਇਹ ਮੋਟੀਵੇਸ਼ਨਲ ਕਿਤਾਬ ਸਾਡੇ ਕੰਮ ਆ ਰਹੀ ਹੈ। ਸਾਨੂੰ ਜ਼ਿੰਦਗੀ ਦੇ ਵਿੱਚ ਚੱਲਣ ਦੀ ਸੜਕ ਮਿਲ ਰਹੀ ਹੈ, ਰਾਹ ਮਿਲ ਰਹੇ ਨੇ। ਤੇ ਇਹ ਕਿਤਾਬ ਜਿਹੜੇ ਵੀ ਪ੍ਰਾਪਤ ਕਰਨਾ ਚਾਹੋ, ਟੀਵੀ ਸਕਰੀਨ ਦੇ ਉੱਤੇ ਤੁਹਾਡੇ ਨੰਬਰ ਆ ਰਹੇ ਆ।
ਔਰ ਜਿਹੜੇ ਸੇਵਾਵਾਂ ਕਰਨੀਆਂ ਚਾਹੋ ਸਾਰੇ ਕਾਰਜਾਂ ਦੇ ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੇ, ਸਭ ਨੇ ਸਾਰੇ ਕਾਰਜਾਂ ਵਿੱਚ ਹਿੱਸੇ ਪਾਉਣੇ। ਬਾਕੀ ਜਿਹੜਾ ਰੋਜ਼ ਸਵੇਰੇ ਸਾਡਾ 10 ਤੋਂ 11 ਕੀਰਤਨ ਚੱਲਦਾ ਸੀ ਪੀਟੀਸੀ ਸਿਮਰਨ ਤੇ 3 ਤੋਂ 4 ਤੇ ਚੱਲਦਾ ਹੀ ਹੈ, ਇਸ ਤੋਂ ਇਲਾਵਾ 10 ਤੋਂ 11 ਵੀ ਚੱਲਦਾ ਸੀ। ਉਹ ਹੇਮਕੁੰਟ ਸਾਹਿਬ ਦਾ ਪ੍ਰੋਗਰਾਮ ਆਰੰਭ ਹੋਣ ਕਰਕੇ ਰਾਤੀ 10 ਤੋਂ 11 ਆ ਰਿਹਾ। ਇਸ ਸੰਗਤ ਨੂੰ ਮੈਂ ਬੇਨਤੀ ਕਰਦਾ, ਤੁਸੀਂ ਇਹ ਸੁਣਿਆ ਸਾਰੀਆਂ ਸੰਗਤਾਂ ਨੂੰ ਦੇਣਾ, ਜਿਹੜਾ ਸਵੇਰ ਵਾਲਾ 10 ਤੋਂ 11 ਵਾਲਾ ਕੀਰਤਨ ਉਹ ਰਾਤੀ 10 ਤੋਂ 11 ਰੋਜ਼ਾਨਾ ਆ ਰਿਹਾ, ਦੇਖ ਕੇ ਅਸੀਸਾਂ ਦਿਆ ਕਰੋ। ਬਾਕੀ ਜੋ ਇਸ ਅਸਥਾਨ ਵਾਸਤੇ ਬਾਬੇ ਨਾਨਕ ਦੀ ਰਸੋਈ ਜਿਹੜੀ ਚੱਲ ਰਹੀ, ਉਹਦੇ ਵਾਸਤੇ ਰਸਦ ਦੀ ਸੇਵਾ, ਜਿਹੜੇ ਕਾਰਜ ਚੱਲ ਰਹੇ, ਭਾਵੇਂ ਸੀਮਟ ਦੀ ਸੇਵਾ, ਸਰੀਏ ਦੀ, ਇੱਟਾਂ ਦੀ ਸੇਵਾ, ਕੋਈ ਵੀ ਸੇਵਾ ਤੁਸੀਂ ਕਰਨੀ ਚਾਹੋ, ਨਾਲ ਜਿਹੜਾ 2500 ਰੁਪਏ ਇੱਕ ਗੱਜ ਦੀ ਸੇਵਾ ਨਵੀਂ ਜਗ੍ਹਾ ਦੀ, ਸਾਰੇ ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੇ। ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ। ਛਿਆਟੇ ਦੀ ਸੰਗਤ ਵੱਲੋਂ ਜੋ 50 ਥਾਲੀਆਂ ਸਾਡੇ ਸਰੋਜ ਭੈਣ ਜੀ ਸਾਰੀਆਂ ਸੰਗਤਾਂ ਮਿਲ ਕੇ ਇਹਨਾਂ ਨੇ ਹਾਜ਼ਰੀ ਲਾਈ ਅਸਥਾਨ ਵਾਸਤੇ, ਚੜ੍ਹਦੀ ਕਲਾ ਮਹਾਰਾਜ ਬਖਸ਼ਣ। ਅੱਜ ਸਾਡੇ ਬੱਜੂ ਮਾਨ ਵਾਲੇ ਵੀ ਰਸਦ ਲਿਆਏ ਨੇ, ਆਟਾ ਹੋਰ ਇਹ ਰਸਦ ਕਾਫੀ ਲੈ ਕੇ ਆਏ ਨੇ ਜੋ ਲੰਗਰਾਂ ਵਾਸਤੇ। ਬਾਬਾ ਦੀਪ ਸਿੰਘ ਜੀ ਹੋਰ ਚੜ੍ਹਦੀਆਂ ਕਲਾਂ ਬਖਸ਼ਣ, ਪਿੱਛੇ ਬਾਟੀਆਂ ਵੀ ਲਿਆਏ ਸੀ। ਹੋਰ ਵੀ ਜੋ ਇਹ ਸਾਰੀ ਸੰਗਤ ਦਾ ਘਰ ਹੈ, ਜਿੱਥੇ ਵੇਖੋ ਕਿਸੇ ਚੀਜ਼ ਦੀ ਲੋੜ ਆਪੇ ਪੂਰੀ ਕਰ ਦਿਆ ਕਰੋ। ਇਹ ਮਹਾਰਾਜ ਦੀ ਕਿਰਪਾ ਨਾਲ ਗੁਰੂ ਰਾਮਦਾਸ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਣ, ਮਿਹਰ ਕਰਨ। ਆਓ ਇੱਕ ਵਾਰੀ ਇਹ ਪੰਕਤੀ ਪੜੋ, ਸਮਾਪਤੀ ਕਰ ਰਹੇ ਹਾਂ ਜੀ। ਵੱਡੀ ਆਰਜ਼ਾ ਪੜੋ, ਹਰਿ ਗੋਬਿੰਦ ਕੀ, ਹਰਿ ਗੋਬਿੰਦ ਸੰਪਟ ਪਾਠਾਂ ਦੀ ਸਮਾਪਤੀ ਹੁੰਦੀ ਹੈ ਤੇ ਹਾਜ਼ਰੀਆਂ ਭਰਿਆ ਕਰੋ। ਪਹਿਲੇ ਆ ਜਾਇਆ ਕਰੋ, ਥੋੜਾ ਸਮਾਂ ਮੈਂ ਵੀ ਪਹਿਲੇ ਆ ਜਾਣਾ, ਫਿਰ ਉੱਠ ਕੇ ਜਾਣਾ। ਤੇ ਇਹ ਮਹਾਰਾਜ ਜੀ ਦੀ ਮਿਹਰ ਨਾਲ ਉਹ ਫੁੱਲਾਂ ਦੀ ਵਰਖਾ ਹੁੰਦੀ, ਸੰਪਟ ਪਾਠਾਂ ਦੇ ਭੋਗ ਪੈਂਦੇ ਨੇ, ਬੜਾ ਸੋਹਣਾ ਦਰਗਾਹੀ ਨਜ਼ਾਰਾ ਬਣਿਆ ਹੁੰਦਾ। ਤੇ ਜ਼ਰੂਰ ਦਰਸ਼ਨ 26 ਤਰੀਕ ਨੂੰ ਦਿਆ ਕਰੋ। 27 ਦਾ ਚੁਪਹਿਰਾ, 20 ਦਾ ਕੌਲਸਰ ਸਾਹਿਬ, ਇਹ 3 ਪ੍ਰੋਗਰਾਮ ਪੱਕੇ ਨੇ। ਤੇ ਵਿੱਚ ਰਹਿਣ ਸਬਾਈਆਂ ਦਾ ਬੋਨਸ ਆ ਜਾਂਦਾ, ਬੋਨਸ ਦੀ ਹੋਰ ਖੁਸ਼ੀ ਹੋ ਜਾਂਦੀ ਹੈ। ਤੇ ਉਹ ਬੋਨਸ ਵੀ, ਕਿਉਂਕਿ ਬੋਨਸ ਕਈ ਵਾਰੀ ਹੁੰਦਾ ਕਿ ਜਿੰਨੀ ਤਨਖਾਹ ਹੋਵੇ ਨਾ ਬੰਦੇ ਦੀ, ਮੰਨ ਲਓ 10,000 ਤਨਖਾਹ ਹੈ, ਬੋਨਸ ਮਿਲ ਗਿਆ 2,000, 3 ਮਹੀਨੇ ਬਾਅਦ, 4 ਮਹੀਨੇ ਬਾਅਦ, ਉਹਦੀ ਖੁਸ਼ੀ ਵੱਖਰੀ ਹੁੰਦੀ, ਵੱਖਰੀ ਖੁਸ਼ੀ ਕਿ ਮੈਨੂੰ 2,000 ਬੋਨਸ ਮਿਲਿਆ। ਤਨਖਾਹ ਦੀ ਇੰਨੀ ਖੁਸ਼ੀ ਨਹੀਂ, ਕਿਉਂਕਿ ਮੈਂ ਮਿਹਨਤ ਕੀਤੀ, ਮੈਨੂੰ ਤਨਖਾਹ ਮਿਲੀ, ਪਰ ਬੋਨਸ ਦੀ ਵੱਡੀ ਖੁਸ਼ੀ ਹੁੰਦੀ। ਤੇ ਬੋਨਸ ਹੈ 11 ਜੂਨ ਦੀ ਰਹਿਣ ਸਬਾਈ ਦਾ। ਸਾਰੇ ਹਾਜ਼ਰੀਆਂ ਭਰਿਓ, ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਨੇ ਜਿਵੇਂ ਦਾਸ ਦੀ ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਬੜਾ ਹੀ ਉਸ ਕਿਤਾਬ ਨੂੰ ਪਿਆਰ ਦਿੱਤਾ। ਹਜ਼ਾਰਾਂ ਦੇ ਹਿਸਾਬ ਨਾਲ ਉਹ ਕਿਤਾਬ ਨੂੰ ਖਰੀਦਿਆ ਵੀ, ਪ੍ਰਚਾਰ ਹਿਤ ਉਸ ਕਿਤਾਬ ਨੂੰ ਵੰਡਿਆ ਵੀ। ਤੇ ਤੁਹਾਡੇ ਹੁਕਮ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦਾਸ ਦੀ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ ਇਹ ਰਿਲੀਜ਼ ਹੋਈ ਹੈ। ਔਰ ਇਸ ਕਿਤਾਬ ਦੇ ਵਿੱਚ ਵੀ ਕੀਰਤਨਾਂ ਦੇ ਉਤਾਰੇ ਨੇ। ਜਿਵੇਂ ਤੁਸੀਂ ਕੀਰਤਨ ਸਰਵਣ ਕਰਦੇ ਹੋ ਨਾ, ਬਸ ਉਸੇ ਤਰ੍ਹਾਂ ਇੱਕ ਇੱਕ ਲਫ਼ਜ਼ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ। ਜਦੋਂ ਤੁਸੀਂ ਪੜ੍ਹੋਗੇ ਕਿਤਾਬ ਨੂੰ, ਤੁਹਾਨੂੰ ਇਦਾਂ ਦੀ ਫੀਲਿੰਗ ਆਏਗੀ ਜਿਵੇਂ ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ। ਤੇ ਇਹ ਮੈਂ ਬੇਨਤੀ ਕਰਦਾ, ਇਹ ਕਿਤਾਬ ਨੂੰ ਆਪਣੇ ਪੜ੍ਹਨ ਵਾਸਤੇ ਤੇ ਮੰਗਵਾਇਓ
ਅਗਾਂਹ ਵੰਡਣ ਵਾਸਤੇ, ਕੋਈ ਬੱਚੇ ਦਾ ਜਨਮ ਦਿਨ ਜਾਂ ਕਿਸੇ ਦੀ ਕੋਈ ਮੈਰਿਜ ਐਨਵਰਸਰੀ ਹੈ, ਘਰ ਦੇ ਵਿੱਚ ਕੋਈ ਵੀ ਤੁਹਾਡੇ ਪ੍ਰੋਗਰਾਮ ਹੈ, ਇਹ ਖੁਸ਼ੀ ਦੇ ਵਿੱਚ ਇਹ ਪ੍ਰਚਾਰ ਕਰਿਓ। ਤੁਸੀਂ ਕਿਤਾਬ ਨੂੰ ਘਰ ਘਰ ਦੇ ਵਿੱਚ ਪਹੁੰਚਾਇਓ, ਗੁਰਮਤਿ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਓ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਿਹਾ 9875909004। ਇਸ ਨੰਬਰ ਤੇ ਆਪ ਜੀ ਸੰਪਰਕ ਕਰਕੇ ਕਿਤਾਬ ਆਪਣੇ ਲਈ ਵੀ ਤੇ ਅਗਾਂਹ ਵੰਡਣ ਲਈ ਵੀ ਮੰਗਵਾ ਸਕਦੇ ਹੋ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।